नमस्कार दोस्तों, वेलकम टू बालाजी एजुकेशन पॉइंट। दोस्तों ਅੱਜ ਦੀ ਵੀਡੀਓ ਦੇ ਵਿੱਚ ਸਟਾਰਟ ਕਰਾਂਗੇ ਡਾਟਾ ਇੰਟਰਪ੍ਰੀਟੇਸ਼ਨ DI। ਇਸ ਦੇ ਵਿੱਚ ਆਪਾਂ ਸਾਰੇ ਕੁਐਸਚਨ ਬੇਸਿਕ ਤੋਂ ਲੈ ਕੇ ਸਟਾਰਟ ਕਰਾਂਗੇ। ਇਹ DI ਆਪਣੇ ਐਗਜ਼ਾਮਸ ਦੇ ਲਈ ਕਾਫੀ ਇੰਪੋਰਟੈਂਟ ਹੈ। ਪੰਜਾਬ ਦੇ ਵਿੱਚ ਜੇ ਇੱਕ ਕੁਐਸਚਨ ਵੀ ਆਂਦਾ ਉਸ ਦੇ ਅੱਗੇ 5 ਸਬ ਪਾਰਟਸ ਹੋਣਗੇ, 5 ਕੁਐਸਚਨਸ ਹੋਣਗੇ, ਤਾਂ ਇਸ ਨੂੰ ਧਿਆਨ ਨਾਲ ਸਮਝਿਓ। ਜਿਵੇਂ ਕਿ ਲਾਸਟ ਹੁਣ PPSC ਦਾ ਪੇਪਰ ਹੋਇਆ ਸੀ, PPSC ਪ੍ਰਿੰਸੀਪਲ ਦੇ ਵਿੱਚ 15 ਕੁਐਸਚਨ ਆਏ ਸੀ, 15 ਤੋਂ 18 ਕੁਐਸਚਨਸ ਆਏ ਸੀ। ਤਾਂ ਇਸ ਵਾਰੀ ਨੈਬ ਤਹਿਸੀਲਦਾਰ ਦੇ ਵਿੱਚ ਇਸ ਦੇ ਕੁਐਸਚਨ ਆਣਗੇ ਆਪਣੇ ਕੋਲੇ DI ਦੇ। ਪੰਜਾਬ ਦੇ ਜਿੰਨੇ ਵੀ ਐਗਜ਼ਾਮਸ ਨੇ ਹੁਣ ਉਹਨਾਂ ਦੇ ਵਿੱਚ DI ਆਣ ਲੱਗੀ। ਤਾਂ ਦੋਸਤੋ ਆਪਾਂ ਬੇਸਿਕ ਲੈਵਲ ਤੋਂ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ DI ਹੁੰਦੀ ਕੀ ਹੈ? ਡਾਟਾ ਇੰਟਰਪ੍ਰੀਟੇਸ਼ਨ, ਡਾਟਾ ਨੂੰ ਰੀਡ ਕਰਨਾ। ਕੋਈ ਆਪਣੇ ਕੋਲੇ ਡਾਟਾ ਹੋਊਗਾ, ਉਹਨੂੰ ਕਿਸ ਤਰੀਕੇ ਨਾਲ ਰੀਡ ਕਰਨਾ। ਦੇਖੋ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ, ਬੜੀ ਕੰਪਨੀਆਂ ਹੁੰਦੀਆਂ ਨੇ ਆਪਣੇ ਡਾਟਾ ਨੂੰ ਜਾਂ ਆਪਣੇ ਮਤਲਬ ਐਨੂਅਲ ਇਨਕਮ ਨੂੰ ਗ੍ਰਾਫ ਦੇ ਵਿੱਚ ਸ਼ੋ ਕਰਦੇ ਹੁੰਦੇ ਨੇ। ਕੋਈ ਲਾਈਨ ਨਾਲ ਗ੍ਰਾਫ ਨਾਲ ਸ਼ੋ ਕਰਦਾ ਹੈ, ਕੋਈ ਟੇਬਲ ਗ੍ਰਾਫ ਸ਼ੋ ਕਰਦਾ ਹੈ, ਕਿਸੇ ਵੀ ਤਰੀਕੇ ਨਾਲ। ਤਾਂ ਉਹ ਗ੍ਰਾਫ ਨੂੰ ਕਿਸ ਤਰੀਕੇ ਨਾਲ ਰੀਡ ਕਰਨਾ ਹੈ, ਕਿਸ ਤਰੀਕੇ ਨਾਲ ਰੀਡ ਕਰਨਾ, ਤਾਂ ਉਹਨੂੰ ਕਿਵੇਂ ਐਨਾਲਾਈਜ਼ ਕਰਨਾ ਵੀ ਆਪਾਂ ਨੂੰ ਇਨਕਮ ਹੈ ਜਿਹੜੀ ਇੰਕਰੀਜ਼ ਹੋ ਰਹੀ ਹੈ, ਡਿਕਰੀਜ਼ ਹੋ ਰਹੀ ਹੈ, ਜਾਂ ਕਿਸੇ ਵੀ ਚੀਜ਼ ਦੀ ਆਪਾਂ ਨੂੰ ਵੈਲਿਊ ਦੇ ਰਿਹਾ। ਜਿਵੇਂ ਕਿ ਖਰਚਾ ਬਣਾ ਸਕਦਾ ਵੀ ਆਪਣਾ ਇੰਨੇ % ਖਰਚਾ ਇੱਧਰ ਖਰਚ ਹੋ ਰਿਹਾ, ਉਸ ਤਰੀਕੇ ਨਾਲ। ਤਾਂ ਆਪਾਂ ਨੂੰ ਗ੍ਰਾਫ ਦਿੱਤਾ ਹੋਊਗਾ, ਉਹ ਗ੍ਰਾਫ ਨੂੰ ਸਮਝਣਾ ਹੈ। ਤਾਂ ਦੋਸਤੋ DI ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਐਵਰੇਜ, ਰੇਸ਼ੋ ਤੇ ਪਰਸੈਂਟੇਜ, ਇਹਨਾਂ 3 ਚੈਪਟਰ ਦੀ ਬੇਸਿਕ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਐਵਰੇਜ, ਰੇਸ਼ੋ ਤੇ ਪਰਸੈਂਟੇਜ, ਕਿਉਂਕਿ ਸਾਰੀ ਦੀ ਸਾਰੀ DI ਦੇ ਵਿੱਚ ਆ ਮੇਨ 3 ਕਨਸੈਪਟ ਚੱਲਦੇ ਹੁੰਦੇ ਨੇ। ਐਵਰੇਜ ਕੱਢਣੀ, ਬੇਸਿਕ ਤੁਹਾਨੂੰ ਐਵਰੇਜ ਕੱਢਣੀ ਆਣੀ ਚਾਹੀਦੀ ਹੈ। ਰੇਸ਼ੋ ਕਿਸ ਤਰੀਕੇ ਨਾਲ ਬਣਾਉਣੀ ਹੈ, ਤੇ ਪਰਸੈਂਟੇਜ ਵੀ ਆਪਾਂ ਕਿੰਨੇ % ਨੂੰ ਕਿਵੇਂ ਲੈ ਕੇ ਚੱਲ ਸਕਦੇ ਆ। ਤਾਂ ਇਹ 3 ਚੈਪਟਰ ਦੀ ਬੇਸਿਕ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ DI ਦੇ ਕੁਐਸਚਨ ਜਲਦੀ ਸੋਲਵ ਕਰਨੇ ਨੇ। ਤਾਂ ਆਪਾਂ DI 4 ਤਰੀਕੇ ਦੀ ਹੁੰਦੀ ਹੈ। ਜਿਹੜੇ ਗ੍ਰਾਫਸ ਹੁੰਦੇ ਨੇ ਉਹ 4 ਤਰੀਕੇ ਦੇ ਹੁੰਦੇ ਨੇ। ਤਾਂ ਦੇਖੋ 4 ਤਰੀਕੇ ਕਿਹੜੇ ਨੇ? ਇੱਕ ਹੁੰਦਾ ਟੈਬੂਲੇਸ਼ਨ ਫਾਰਮ। ਟੈਬੂਲੇਸ਼ਨ ਫਾਰਮ ਇਹ ਹੁੰਦਾ ਟੇਬਲ ਦੀ ਫਾਰਮ ਦੇ ਵਿੱਚ। ਆਪਣੇ ਕੋਲੇ ਇੱਕ ਟੇਬਲ ਬਣਿਆ ਹੋਊਗਾ, ਉਸ ਨੂੰ ਰੀਡ ਕਰਨਾ ਹੋਊਗਾ, ਟੈਬੂਲੇਸ਼ਨ ਫਾਰਮ। ਇੱਕ ਹੁੰਦਾ ਦੋਸਤੋ ਬਾਰ ਗ੍ਰਾਫ, ਬਾਰ ਗ੍ਰਾਫ। ਥਰਡ ਪਾਈ ਚਾਰਟ, ਇੱਕ ਹੁੰਦਾ ਆਪਣੇ ਕੋਲੇ ਪਾਈ ਚਾਰਟ। ਆਪਣੇ ਕੋਲੇ ਇੱਕ ਹੁੰਦਾ ਲਾਈਨ ਗ੍ਰਾਫ, ਲਾਈਨ ਗ੍ਰਾਫ। ਤਾਂ ਦੋਸਤੋ ਸਭ ਤੋਂ ਪਹਿਲਾਂ ਆ 4 ਤਰ੍ਹਾਂ ਦੇ ਆਪਣੇ ਕੋਲੇ ਟੇਬਲਸ ਹੁੰਦੇ ਨੇ। ਸਭ ਤੋਂ ਮੇਨ ਜਿਹੜਾ ਇੰਪੋਰਟੈਂਟ ਹੁੰਦਾ ਉਹ ਹੁੰਦਾ ਪਾਈ ਚਾਰਟ। ਇੱਥੋਂ DI ਮੇਨ ਹੈ, ਜਿਹੜੀ ਇੱਥੋਂ DI ਸ਼ੁਰੂ ਹੁੰਦੀ ਹੈ। ਤੇ ਜੇ ਆਪਣੇ ਪੰਜਾਬ ਦੇ ਵਿੱਚ ਮੈਕਸਿਮਮ ਚਾਂਸ ਹੁੰਦਾ ਵੀ ਪਾਈ ਚਾਰਟ ਚੋਂ ਹੀ ਕੁਐਸਚਨ ਆਊਗਾ। ਤਾਂ ਆਪਾਂ ਸਟਾਰਟ ਵੀ ਪਾਈ ਚਾਰਟ ਤੋਂ ਕਰਾਂਗੇ। ਦੇਖੋ ਜਿਵੇਂ ਕਿ ਆਪਣੀ ਸਰਕਲ ਗ੍ਰਾਫ ਕਹਿ ਸਕਦੇ ਹਾਂ ਇਸ ਨੂੰ, ਜਾਂ ਪਾਈ ਚਾਰਟ। ਆਪਣੇ ਕੋਲੇ ਪਹਿਲਾ ਪਾਈ ਚਾਰਟ ਹੈ ਜਿਸ ਦੇ ਵਿੱਚ ਉਹਨੇ ਕੀ ਦਿੱਤਾ ਹੋਇਆ ਹੈ? Read the following pie chart to answer the question given below it. % of money spent by family on various items during 1998. ਕੋਈ ਈਅਰ ਹੈ 1998 ਤੇ ਉਸ ਦੇ ਵਿੱਚ ਇੱਕ ਫੈਮਿਲੀ ਕਿੰਨਾ ਰੁਪਿਆ ਸਪੈਂਡ ਕਰਦੀ ਹੈ, ਕਿੰਨਾ ਰੁਪਿਆ ਖਰਚ ਕਰਦੀ ਹੈ, ਕਿਸ ਤਰੀਕੇ ਨਾਲ ਆਪਣਾ ਉਹਨੇ ਫੈਮਿਲੀ ਦਾ ਖਰਚਾ ਦਿਖਾਇਆ ਹੋਇਆ। ਤਾਂ ਉਹਨੂੰ ਇੱਕ ਗ੍ਰਾਫ ਦੀ ਫਾਰਮ ਦੇ ਵਿੱਚ ਦਿਖਾਤਾ। ਤਾਂ ਦੇਖੋ ਗ੍ਰਾਫ ਕੀ ਆਪਣੇ ਕੋਲੇ ਸਰਕਲ ਦੀ ਫਾਰਮ ਦੇ ਵਿੱਚ ਹੈ, ਸਰਕਲ ਦੀ ਫਾਰਮ ਦੇ ਵਿੱਚ। ਤੇ ਕਿਸ ਤਰੀਕੇ ਨਾਲ ਬਣਾਇਆ ਹੋਇਆ ਦੇਖੋ, 12% ਖਰਚਾ ਕੀਤਾ ਐਜੂਕੇਸ਼ਨ ਤੇ, 12% ਖਰਚਾ ਕੀਤਾ ਦੋਸਤੋ ਐਜੂਕੇਸ਼ਨ ਤੇ। ਨੈਕਸਟ 5% ਖਰਚਾ ਕੀਤਾ ਟਰਾਂਸਪੋਰਟ ਤੇ, 5% ਖਰਚਾ ਕੀਤਾ ਟਰਾਂਸਪੋਰਟ ਤੇ। 20% ਖਰਚਾ ਕੀਤਾ ਅਦਰਸ। ਉਸ ਤੋਂ ਬਾਅਦ 15% ਖਰਚਾ ਕੀਤਾ ਸੇਵਿੰਗ, 15% ਉਹਨਾਂ ਨੇ ਕੀ ਕੀਤੀ? ਸੇਵਿੰਗ ਕੀਤੀ। ਨੈਕਸਟ 23% ਫੂਡ ਤੇ ਖਰਚਾ ਕੀਤਾ, 10% ਖਰਚਾ ਕੀਤਾ ਕਲੋਥਿੰਗ ਕੱਪੜਿਆਂ ਤੇ, ਐਂਡ 15% ਹਾਊਸਿੰਗ ਤੇ। ਤਾਂ ਦੋਸਤੋ ਉਹਨੇ ਸਭ ਤੋਂ ਪਹਿਲਾਂ 1998 ਦਾ ਜਿਹੜਾ ਖਰਚਾ ਸੀ ਉਹ ਗ੍ਰਾਫ ਦੀ ਫਾਰਮ ਦੇ ਵਿੱਚ ਸ਼ੋ ਕਰਤਾ, ਉਹ ਪਾਈ ਚਾਰਟ ਦੀ ਫਾਰਮ ਦੇ ਵਿੱਚ ਸ਼ੋ ਕਰਤਾ। ਹੁਣ ਇੱਕ ਚੀਜ਼ ਧਿਆਨ ਨਾਲ ਸਮਝਿਓ, ਦੇਖੋ ਆਪਣੇ ਕੋਲੇ ਇਹ ਜਿਹੜਾ ਪਾਈ ਚਾਰਟ ਹੈ ਸਰਕਲ ਦੀ ਫਾਰਮ ਦੇ ਵਿੱਚ ਹੁੰਦਾ। ਤਾਂ ਹੁਣ ਸਰਕਲ ਨੂੰ 2 ਤਰੀਕੇ ਨਾਲ ਰਿਪਰੈਜ਼ੈਂਟ ਕਰੂਗਾ। ਇੱਕ ਕਰੂਗਾ ਹੋ ਸਕਦਾ ਪਰਸੈਂਟੇਜ ਚ। ਦੇਖੋ ਪੂਰਾ ਸਰਕਲ ਹੈ ਜਿਹੜਾ ਆਪਣੇ ਕੋਲੇ ਪੂਰੀ ਵੈਲਿਊ ਹਮੇਸ਼ਾ ਕਿੰਨੇ % ਹੁੰਦੀ ਹੈ? 100% ਹੁੰਦੀ ਹੈ। ਜਾਂ ਕਰੂਗਾ ਡਿਗਰੀ ਚ, ਸਰਕਲ ਨੂੰ ਰਿਪਰੈਜ਼ੈਂਟ ਕਰੂਗਾ ਡਿਗਰੀ ਚ। ਤਾਂ ਦੋਸਤੋ ਪੂਰਾ ਸਰਕਲ ਕਿੰਨੇ ਡਿਗਰੀ ਦਾ ਹੁੰਦਾ ਹੈ? 360 ਡਿਗਰੀ ਦਾ। ਤਾਂ ਜਾਂ ਤਾਂ ਪਰਸੈਂਟੇਜ ਚ ਵੈਲਿਊ ਲੈ ਕੇ ਚੱਲੂਗਾ ਜਾਂ ਕਿਸ ਚ ਲੈ ਕੇ ਚੱਲੂਗਾ? ਡਿਗਰੀ ਚ। ਹੁਣ ਦੇਖੋ ਆਪਾਂ ਨੇ ਜੇ ਪਰਸੈਂਟੇਜ ਨੂੰ ਡਿਗਰੀ ਚ ਕਨਵਰਟ ਕਰਨਾ ਤਾਂ ਕਿਵੇਂ ਕਰਨਾ? ਆਪਣੇ ਕੋਲੇ ਬਾਈ ਚਾਂਸ ਕੁਐਸਚਨ ਆ ਜੇ ਪਰਸੈਂਟੇਜ ਦੇਤੀ, ਪਰਸੈਂਟੇਜ ਨੂੰ ਡਿਗਰੀ ਚ ਕਨਵਰਟ ਕਰਨਾ। ਮੰਨ ਲਓ x% ਇਨਟੂ ਡਿਗਰੀ,
ਆਪਾਂ ਨੇ x% ਨੂੰ ਡਿਗਰੀ ਚ ਕਨਵਰਟ ਕਰਨਾ ਹੈ ਤਾਂ ਕਿਸ ਤਰੀਕੇ ਨਾਲ ਚੱਲਣਾ ਹੈ। ਤਾਂ ਦੇਖੋ x% मतलब x/100 ਇਨਟੂ ਦਾ मतलब ਇਹਨੂੰ ਗੁਣਾ ਲੈ ਕੇ ਚੱਲਣੀ ਹੈ ਡਿਗਰੀ। ਤਾਂ ਦੋਸਤੋ ਡਿਗਰੀ ਆਪਣੇ ਕੋਲੇ ਟੋਟਲ ਕਿੰਨੀ ਹੁੰਦੀ ਹੈ 360 ਡਿਗਰੀ। ਤਾਂ ਇਸ ਤਰੀਕੇ ਨਾਲ ਜੇ ਆਪਾਂ ਸੋਲਵ ਕਰਾਂਗੇ ਤਾਂ ਪਰਸੈਂਟੇਜ ਨੂੰ ਕਿਸ ਚ ਫਾਰਮ ਕਰ ਦਾਂਗੇ ਡਿਗਰੀ ਚ। ਹੁਣ ਮੰਨ ਲਓ 10% ਲੈ ਕੇ ਚੱਲਣਾ ਹੈ ਮੈਨੇ 10% ਲੈ ਕੇ ਚੱਲਣਾ ਤਾਂ 10/100 ਇਨਟੂ 360 ਤਾਂ ਇਹਨੂੰ ਜਦੋਂ ਸੋਲਵ ਕਰੂੰਗਾ ਇਹ ਆ ਜਾਊਗਾ 36 ਡਿਗਰੀ मतलब 10% इक्वल टू कादे बराबर आ गया 36 डिग्री के बराबर आ गया। तो इस तरीके ना मैं परसेंटेज नु किस च कन्वर्ट कर सकदा डिग्री। यही चीज दोस्तों जे मैंने डिग्री नु कन्वर्ट करना होवे डिग्री इनटू परसेंट जे मैंने डिग्री नु परसेंटेज च कन्वर्ट करना होवे तो किस तरीके नाल करना है। मान लो x% इनटू x डिग्री इनटू परसेंट तो किवें करांगे x वटा हुण डिग्री टोटल कितनी हुंदी है 360 इनटू का मतलब गुना परसेंटेज कन्वर्ट करना है तो इनटू 100। तो दोस्तों जिमें मान लो 36 डिग्री है 36 डिग्री है तो 36/360 गुना 100 0 नाल 0 कट गई, ये कट गया 1 ते तां किन्ने परसेंट आ गया 10%। तो 36 डिग्री कादे बराबर आ गया 10% दे। तो इस तरीके नाल आपां डिग्री तो परसेंट जा सकते हैं, इस तरीके नाल आपां परसेंट तो डिग्री जा सकते हैं। ये क्वेश्चन अपने कोले जे 5 क्वेश्चन आ रहे ने एक क्वेश्चन आने का चांस काफी ज्यादा हुंदा है जे अपने कोले पाई चार्ट च क्वेश्चन आवे। तो दोस्तों सब तो पहला असीं हुण चलदे आपां इस क्वेश्चन दे पहले क्वेश्चन दे पहले ग्राफ दे पहला क्वेश्चन। तो देखो दोस्तों पहला क्वेश्चन की है, क्वेश्चन तुसी रीड करना है। इफ द टोटल अमाउंट स्पेंट वाज 46,000। पहला क्वेश्चन है टोटल स्पेंट टोटल अमाउंट या टोटल अमाउंट कितनी है उन्हें 46,000 अमाउंट देती। टोटल अमाउंट देती दोस्तों उन्हें कितनी देती, टोटल इनकम देती उन्हें 46,000 रुपए। टोटल इनकम 46,000 रुपए। ता अमाउंट स्पेंट ऑन फूड तो उन्हें पूछिया फूड ते कितना खर्चा किया। टोटल इनकम देती दोस्तों टोटल इनकम कितनी देती 46,000 रुपए। हुण देखो फूड ते कितना खर्चा किया जे तुसी परसेंटेज की बेसिक नॉलेज रखते हो तो किस तरीके नाल करांगे आपां इहनूं टोटल अमाउंट। हुण टोटल अमाउंट जिहड़ी हुंदी है वो अपनी हुंदी है हमेशा 100%। टोटल अमाउंट कितनी हुंदी है 100%। तो अपनी 100% कादे बराबर है 46,000 दे। 100% कादे बराबर है 46,000 दे। तो 1% की वैल्यू कितनी आ जाएगी 46,000/100। ये कट के आ गया दोस्तों 460 रुपए दे। 1% कादे बराबर आ गया 460 रुपए दे। हुण आपां ने कड्ढना फूड ते कितना खर्च किया। देखो फूड ते कितना खर्च किया 23%। 1% की वैल्यू 460 है तो 23% की वैल्यू कितनी आऊगी 460 गुना 23। तो इनू आप गुना कर देंगे, इनू गुना करके आंसर आ जाऊगा 10,580 रुपए 10,580 रुपए। तो दोस्तों ये सी पहला क्वेश्चन की किया टोटल इनकम देती। टोटल इनकम 46,000 है तो 100% 46,000 दे 1% की वैल्यू आ गई अपने को 460। हुण फूड ते कितना खर्चा किया 23%। जे 1% 460 है तो 23% कितना आ गया 460 गुना 23 10,580। ये सी दोस्तों अपनी वीडियो का पहला क्वेश्चन। नेक्स्ट चलते हैं सेकंड क्वेश्चन पे। सेकंड क्वेश्चन देखो टोटल इनकम देती 46,000 फिर इनकम अपन वही सेम इनकम देती 46,000 रुपए। उन्होंने पूछा की है अमाउंट स्पेंट ऑन क्लोथिंग एंड हाउसिंग। क्लोथिंग कपड़ियां ते प्लस हाउसिंग क्लोथिंग ते हाउसिंग ते कितना खर्च किया। सेम उसी तरीके नाल क्वेश्चन सोल्व करना है। इनकम ते कितना खर्च किया 100% इक्वल टू 46,000। तो दोस्तों 1% की वैल्यू कितनी आ जाएगी 46,000/100 कट के कितना आ गया 460 रुपए। इतना सेम उत्थे तक सेम ही वैल्यू सी। क्लोथिंग ते हाउसिंग कपड़े ते घर ते कितना खर्चा किया। देखो कपड़ियां ते कितना खर्च किया 10%, घर ते कितना खर्च किया 15%। तो टोटल कितना खर्चा हो गया 10 + 15 कितने परसेंट खर्चा हो गया 25%। तो 1% की वैल्यू आपां नूं पता है 25% की कढ लांगे 460 गुना 25 460 गुना 25 अपने को आंसर आ जाऊगा 11,500 रुपया। तो सेकंड क्वेश्चन का आंसर आ गया 11,500 ए ऑप्शन। नेक्स्ट चलते हैं थर्ड क्वेश्चन। नेक्स्ट दोस्तों थर्ड क्वेश्चन है टोटल अमाउंट स्पेंट ऑन
ਹਾਊਸਿੰਗ ਰੇਸ਼ੋ ਕੱਢਣੀ ਹੈ, ਹਾਊਸਿੰਗ ਤੇ ਕਿੰਨਾ ਖਰਚਾ ਕੀਤਾ ਰੇਸ਼ੋ, एजुकेशन ਤੇ ਕਿੰਨਾ ਖਰਚਾ ਕੀਤਾ, ਹਾਊਸਿੰਗ ਤੇ ਕਿੰਨਾ ਖਰਚਾ ਕੀਤਾ, ਐਜੂਕੇਸ਼ਨ ਤੇ ਕਿੰਨਾ ਖਰਚਾ ਕੀਤਾ, ਇਹਨਾਂ ਦੋਹਾਂ ਦੀ ਆਪਾਂ ਕੀ ਪਤਾ ਕਰਨੀ ਹੈ ਰੇਸ਼ੋ। ਤਾਂ ਆਪਾਂ ਨੂੰ ਵੈਲਿਊ ਕੱਢਣ ਦੀ ਕੋਈ ਲੋੜ ਨਹੀਂ, ਡਾਇਰੈਕਟ ਹੋ ਜਾਊਗਾ। ਦੇਖੋ ਹਾਊਸਿੰਗ ਤੇ ਕਿੰਨਾ ਖਰਚਾ ਕੀਤਾ ਆਪਣੇ ਕੋਲੇ 15%, ਤਾਂ ਹਾਊਸਿੰਗ ਦੀ ਵੈਲਿਊ ਲਿਖ ਲੈਣੀ ਹੈ 15। ਐਜੂਕੇਸ਼ਨ ਤੇ ਕਿੰਨਾ ਖਰਚਾ ਕੀਤਾ ਆਪਾਂ ਨੇ 12, ਇੱਧਰ 15 ਆ ਗਿਆ, ਇੱਧਰ 12 ਆ ਗਿਆ। ਜੇ ਆਪਾਂ ਇਹਨੂੰ ਘਟਾ ਦਾਂਗੇ ਕਿੰਨਾ ਆंसर ਆ ਜਾਊਗਾ ਦੋਸਤੋ 5:4। ਇਹੀ ਆਪਣਾ ਕੀ ਹੈ ਆंसर। ਇਹਦਾ ਕੁਝ ਨਹੀਂ ਸੋਲਵ ਕਰਨਾ। ਕਈ ਬੱਚੇ ਪਹਿਲਾਂ ਹਾਊਸਿੰਗ ਦੀ ਵੈਲਿਊ ਕੱਢਣਗੇ 15% ਆਫ 46000, ਐਜੂਕੇਸ਼ਨ ਦੀ ਕੱਢਣਗੇ, ਤਾਂ ਉਹ ਕੱਢਣ ਦੀ ਕੋਈ ਲੋੜ ਨਹੀਂ, ਡਾਇਰੈਕਟ ਲਿਖ ਦੇਣਾ ਆਪਣੇ ਕੋਲੇ ਕੀ ਆ ਜਾਊਗਾ ਥਰਡ ਕੁਐਸਚਨ ਦਾ ਆंसर। ਨੈਕਸਟ ਚੱਲਦੇ ਹਾਂ ਫੋਰਥ ਕੁਐਸਚਨ ਤੇ। ਫੋਰਥ ਕੁਐਸਚਨ ਦੇ ਵਿੱਚ ਪੁੱਛਿਆ ਉਹਨੇ ਮੈਕਸਿਮਮ ਅਮਾਉਂਟ ਕਿਸ ਤੇ ਖਰਚ ਕੀਤੀ, ਮੈਕਸਿਮਮ ਖਰਚਾ ਕਿਸ ਤੇ ਕੀਤਾ। ਤਾਂ ਦੇਖੋ ਇਹਦੀ ਪਰਸੈਂਟੇਜ ਕਾਊਂਟ ਕਰ ਲਓ, ਹਰ ਇੱਕ ਦਾ ਖਰਚਾ ਕੱਢਣ ਦੀ ਲੋੜ ਨਹੀਂ। ਮੈਕਸਿਮਮ ਆਪਣੀ ਕੋਲੇ ਪਰਸੈਂਟੇਜ ਕਿਸ ਦੀ ਹੈ ਫੂਡ ਦੀ, ਤਾਂ ਮੈਕਸਿਮਮ ਖਰਚਾ ਵੀ ਕਿਸ ਤੇ ਕਰੂਗਾ ਫੂਡ ਤੇ ਖਰਚਾ ਕਰੂਗਾ। ਫੂਡ ਤੇ ਉਹਨੇ 23% ਖਰਚਾ ਕੀਤਾ, ਤਾਂ ਮੈਕਸਿਮਮ ਖਰਚਾ ਕਿਸ ਤੇ ਕੀਤਾ ਫੂਡ ਤੇ। ਤਾਂ फोर्थ क्वेश्चन ਦਾ आंसर ਆ ਜਾਊਗਾ ए ऑप्शन। नेक्स्ट फिफ्थ क्वेश्चन अपने को पहले ग्राफ ਦਾ लास्ट क्वेश्चन है। ਤਾਂ दोस्तों की क्वेश्चन कह रहा है पंजवां, इफ द टोटल इनकम 46,000 है, फैमिली सेव ड्यूरिंग द ईयर। सेम उसे तरीके नाल इनकम अपने को 100% होंगी है, इनकम अपने को 46,000 है, तो 1% की वैल्यू दोस्तों 46,000 बटा 100 ही 460 रुपए आ जाऊगी। हुण आपने पता कितनी करनी है सेविंग, सेविंग अपने को कितनी है 15%, तो 15% की वैल्यू कट लोगे अपने को आ जाऊगा 15 गुना 460, ये आ जाऊगा अपने को 6900 आंसर, 6900 की आ जाऊगा आंसर। तो इस तरीके नाल दोस्तों पहला पाई ग्राफ पहला पाई चार्ट अपने को सोल्व होना सी। बेसिक क्वेश्चन सी, बस तुसी वैल्यू नू समझना ते परसेंटेज दे बेसिक कंसैप्ट वही अपने को परसेंटेज दे क्वेश्चन है या फिर रेशियो दे क्वेश्चन है। तो यही तीन कंसैप्ट मेन चलणगे, परसेंटेज, रेशियो या एवरेज। नेक्स्ट चलते हैं अगले पाई चार्ट दे, सेकंड पाई चार्ट दे। DI करन तो पहला अपने परसेंटेज दे बेसिक कंसैप्ट, रेशियो दे बेसिक कंसैप्ट जरूर क्लीयर करियो। मेरी वीडियोस देख सकते हो यूट्यूब चैनल से। नैक्सट चलते हैं आप सैकेंड पाई चार्ट से। द परसेंटेज एक्सपेंस ऑन वेरियस आइटम ड्यूरिंग बुक प्रोडक्शन एंड सेल। बुक प्रोडक्शन के सेल से जेरे खर्चा होया उन्हें अपने को पाई चार्ट से शो करता। देखो क्या खर्चा होया अपने को प्रिंटिंग कॉस्ट आ गई, प्रिंटिंग कॉस्ट 35%। उस तो बाद आ गया बाइंडिंग एंड कटिंग, बाइंडिंग एंड कटिंग चार्जेस 18%। नेक्स्ट आ गया एडवर्टाइजमेंट, एडवर्टाइजमेंट चार्जेस ये आ गया 18%। उस तो नेक्स्ट आ गई रॉयल्टी, रॉयल्टी आ गई 15%। उस तो बाद आ गए मिसलेनियस एक्सपेंस, मिसलेनियस एक्सपेंस 4%। लास्ट पेपर कोस्ट, पेपर कोस्ट आ गई 10%। तो दोस्तों अपने को हर एक टाइप का खर्चा देता परसेंटेज के अकॉर्डिंग। हुण जिवें अपने को 6वां क्वेश्चन है, पेपर कोस्ट नूं कहंदा डिग्री शो करो। पेपर कोस्ट का जिहड़ा खर्चा उहनूं डिग्री शो करो, मतलब अपने को परसेंटेज च वैल्यू पता है, परसेंटेज नूं कन्वर्ट करना है किस दे विच डिग्री दे विच। तां मैं तुहानूं किवें दस्सिया सी किन्ने परसेंट खर्चा होया पेपर कोस्ट ते, पेपर कोस्ट ते खर्चा होया 10%। तां 10% इंटू डिग्री, डिग्री च कन्वर्ट करना तां किहदे नाल गुना करांगे 360 नाल। तो अपने को पहले क्वेश्चन का आंसर आ जाऊगा 36 डिग्री। पहले क्वेश्चन का आंसर आ गया 36 डिग्री, 6वें का डी ऑप्शन। नेक्स्ट 7वां क्वेश्चन है दोस्तों, इफ द प्रिंटिंग कॉस्ट इज 17,500। प्रिंटिंग कॉस्ट अपने को कितनी है 35% है। हुण अपने को प्रिंटिंग कॉस्ट देती 17,500। तो देखो प्रिंटिंग कॉस्ट अपने को 35% है ते कितनी देती 17,500, मतलब 35% कादे बराबर आ जाऊगा 17,500 दे। तो 1% की वैल्यू कढ़ लांगे आप 17,500 बटा 35,
ਇਹ ਕੱਟ ਗਿਆ 5 ਤੇ 500 ਆ ਗਿਆ 1% ਦੀ ਵੈਲਿਊ ਆ ਗਈ 500 ਰੁਪਿਆ। ਹੁਣ ਨੈਕਸਟ ਦੋਸਤੋ ਕੀ ਪੁੱਛਿਆ ਰਾਇਲਟੀ ਪੇਡ ਕਿੰਨੀ ਰਾਇਲਟੀ ਪੇ ਕਰਦਾ ਹੈ ਰਾਇਲਟੀ ਕਿੰਨੀ ਪੇ ਕਰਦਾ ਹੈ 15% मतलब ਆਪਾਂ 15% ਦੀ ਵੈਲਿਊ ਪਤਾ ਕਰਨੀ ਹੈ ਤਾਂ 1% 500 ਦੇ ਬਰਾਬਰ ਹੈ ਤਾਂ 15% ਕਿੰਨਾ ਆ ਜਾਊਗਾ 15 ਗੁਣਾ 500 ਇਹ ਆ ਜਾਊਗਾ 7500 ਰੁਪਿਆ। ਤਾਂ ਦੋਸਤੋ 7th क्वेश्चन ਦਾ आंसर ਕੀ ਆ ਗਿਆ 7500 बी ऑप्शन 7th आंसर आ गया बी ऑप्शन। नेक्स्ट 8th क्वेश्चन 8th क्वेश्चन है देखो मिसलेनियस एक्सपेंस देते 6000 मिसलेनियस एक्सपेंस अपने को कितना 4% था उसी तरीके ना चलना है मिसलेनियस एक्सपेंस 4% है कादे बराबर देता 6000 दे ਤਾਂ 1% ਦੀ ਵੈਲਿਊ ਆ ਜੂਗੀ 6000 ਵਟਾ 4 ਇਹ ਕੱਟ ਕੇ ਆ ਜੂਗਾ 1500 1% ਦੀ ਵੈਲਿਊ ਆ ਗਈ। ਨੈਕਸਟ ਉਹਨੇ ਪੁੱਛਿਆ ਬਾਈਂਡਿੰਗ ਐਂਡ ਕਟਿੰਗ ਚਾਰजेस ਐਂਡ ਰਾਇਲਟੀ ਹਾਊ ਮਚ ਮੋਰ ਆਰ ਬਾਈਂਡਿੰਗ ਐਂਡ ਕਟਿੰਗ ਚਾਰजेस ਐਂਡ ਰਾਇਲਟੀ ਬਾਈਂਡਿੰਗ ਤੇ ਕਟਿੰਗ ਚਾਰजेस ਤੇ ਰਾਇਲਟੀ ਨਾਲੋਂ ਕਿੰਨਾ ਜ਼ਿਆਦਾ ਖਰਚ ਹੁੰਦਾ ਹੈ ਕਿੰਨਾ ਜ਼ਿਆਦਾ ਖਰਚ ਹੁੰਦਾ ਮਤਲਬ ਕੀ ਲਵਾਂਗੇ ਡਿਫਰੈਂਸ ਲੈਣਾ ਹੈ ਬਾਈਂਡਿੰਗ ਐਂਡ ਕਟਿੰਗ ਨਾਲੋਂ ਰਾਇਲਟੀ ਤੇ ਕਿੰਨਾ ਜ਼ਿਆਦਾ ਖਰਚ ਹੁੰਦਾ ਦੇਖੋ ਬਾਈਂਡਿੰਗ ਐਂਡ ਕਟਿੰਗ ਤੇ ਕਿੰਨਾ ਖਰਚ ਹੁੰਦਾ ਹੈ 18% ਰਾਇਲਟੀ ਤੇ ਕਿੰਨਾ ਖਰਚ ਹੁੰਦਾ 15% ਤਾਂ ਦੋਹਾਂ ਦਾ ਡਿਫਰੈਂਸ ਕਿੰਨੇ ਪਰਸੈਂਟ ਦਾ 3% ਦਾ ਕਿਉਂਕਿ ਉਹਨੇ ਪੁੱਛਿਆ ਕਿੰਨਾ ਜ਼ਿਆਦਾ ਖਰਚ ਹੋ ਰਿਹਾ 3% ਖਰਚ ਜ਼ਿਆਦਾ ਹੋ ਰਿਹਾ ਤਾਂ ਆਪਾਂ ਕਿਹਦੀ ਵੈਲਿਊ ਕੱਢ ਲਾਂਗੇ ਡਾਇਰੈਕਟ 3% ਦੀ ਤਾਂ ਦੋਸਤੋ 1% ਆਪਣੇ ਕੋਲੇ 15% ਦੇ ਬਰਾਬਰ ਹੈ ਤਾਂ 3% ਕਿੰਨਾ ਆ ਜਾਊਗਾ 1500 ਗੁਣਾ 3 ਇਹ ਕੱਟ ਕੇ ਕਿੰਨਾ ਆ ਗਿਆ ਗੁਣਾ ਕਰਕੇ 4500 ਰੁਪਿਆ। 8th क्वेश्चन ਦਾ ਆਨਸਰ ਆ ਗਿਆ ਸੀ ਆਪਸ਼ਨ। नेक्स्ट 9th क्वेश्चन the central angle corresponding to sector on printing cost is more than advertisement charge सेम उसे तरीके नाल प्रिंटिंग कॉस्ट ते देखो कितना खर्चा होया प्रिंटिंग कॉस्ट ते एडवर्टाइजमेंट चार्ज ते दोहां दा की लेना आपां ने डिफरेंस लेना क्योंकि उन्हें पूछे कितना ज्यादा खर्चा होया प्रिंटिंग कॉस्ट ते कितना खर्चा होया 35 एडवर्टाइजमेंट चार्ज कितना लग्या अपने कोले 18% ਤਾਂ ਦੋਹਾਂ ਦਾ ਡਿਫਰੈਂਸ ਆ ਗਿਆ ਸਭ ਤੋਂ ਪਹਿਲਾਂ 17% ਆਪਣੇ ਕੋਲੇ ਡਿਫਰੈਂਸ ਆ ਗਿਆ 17%। ਹੁਣ 17% ਨੂੰ ਆਪਾਂ ਨੇ ਕਿਸ ਚ ਕਨਵਰਟ ਕਰਨਾ ਐਂਗਲ ਚ ਤਾਂ ਪਰਸੈਂਟੇਜ ਨੂੰ ਐਂਗਲ ਚ ਕਨਵਰਟ ਕਰਨਾ ਤਾਂ 17% ਇਨਟੂ 360 ਡਿਗਰੀ ਤਾਂ ਦੋਸਤੋ ਇਹਨੂੰ ਸੋਲਵ ਕਰ ਦਾਂਗੇ 61.2 ਡਿਗਰੀ 61.2 ਡਿਗਰੀ 9th ਦਾ ਆਨਸਰ ਆ ਗਿਆ ਬੀ ਆਪਸ਼ਨ। ਲਾਸਟ ਕੁਐਸਚਨ ਹੈ ਵੀਡੀਓ ਦਾ 10th क्वेश्चन देखो की कह रहा है पेपर कॉस्ट इज अप्रोक्सीमेटली व्हाट परसेंट ऑफ प्रिंटिंग कॉस्ट इनू ध्यान ना पढ़ो पेपर कॉस्ट इज अप्रोक्सीमेटली व्हाट परसेंट ऑफ प्रिंटिंग कॉस्ट ਤਾਂ ਦੋਸਤੋ ਕਿਸ ਤਰੀਕੇ ਨਾਲ ਸੋਲਵ ਕਰਨਾ ਦੇਖੋ ਪੇਪਰ ਕੋਸਟ ਕਿੰਨੀ ਆਪਣੇ ਕੋਲੇ ਪੇਪਰ ਕੋਸਟ ਹੈ 10 ਇਸ ਦਾ ਮਤਲਬ ਹੁੰਦਾ ਇਕੁਅਲ ਟੂ ਕੋਈ ਪਰਸੈਂਟੇਜ ਵਗੈਰਾ ਕੱਢਣ ਦੀ ਲੋੜ ਨਹੀਂ ਡਾਇਰੈਕਟ ਆਨਸਰ ਆ ਜਾਊਗਾ ਪੇਪਰ ਕੋਸਟ ਆਪਣੇ ਕੋਲੇ 10 ਹੈ ਇਜ਼ ਇਕੁਅਲ ਟੂ ਵਾਟ ਪਰਸੈਂਟ ਮਤਲਬ x% ਆਫ ਪ੍ਰਿੰਟਿੰਗ ਕੋਸਟ ਕਿੰਨੀ ਹੈ 35 ਜੇ ਤੁਸੀਂ 35% ਆਫ ਜਿੰਨੀ ਵੀ ਵੈਲਿਊ ਹੈ ਇੱਧਰ ਵੀ ਉਹੀ ਚੀਜ਼ ਲਓਗੇ ਆਪਸ ਚ ਸਾਰੀ ਕੱਟ ਜਾਊਗੀ ਤਾਂ ਸਿੱਧਾ ਇੱਧਰ ਵੈਲਿਊ 10 ਲੈ ਲੈਣੀ ਹੈ ਇੱਧਰ ਕਿੰਨੀ ਲੈ ਲੈਣੀ ਹੈ 35 ਤਾਂ ਹੁਣ ਜੇ ਆਪਾਂ ਇਹਨੂੰ ਸੋਲਵ ਕਰੀਏ ਜੇ ਆਪਾਂ ਇਸ ਨੂੰ ਘਟਾ ਦਈਏ 20 ਤੇ ਕੱਟ ਗਿਆ ਇਹ ਆਪਣੇ ਕੋਲੇ 7 ਤੇ ਕੱਟ ਗਿਆ ਤਾਂ 20 ਇੱਧਰ ਆ ਕੇ ਗੁਣਾ ਹੋ ਜਾਊਗਾ x ਦੀ ਵੈਲਿਊ ਆ ਜਾਊਗੀ 200/7 ਇਹ ਅਪਰੋਕਸੀਮੇਟ ਘਟਾ ਕੇ ਆ ਜਾਊਗਾ 28.6% ਤਾਂ ਦੋਸਤੋ 10ਵੇਂ ਕੁਐਸਚਨ ਦਾ ਆਨਸਰ ਆ ਗਿਆ 28.6%। ਆਪਣੇ ਕਨਸੈਪਟ ਕਲੀਅਰ ਕਰਨੇ ਨੇ ਕੋਈ ਡਾਊਟ ਆਂਦਾ ਜਾਂ ਪਰਸੈਂਟੇਜ ਚ ਦਿੱਕਤ ਆਂਦੀ ਹੈ ਤਾਂ ਪਰਸੈਂਟੇਜ ਟੌਪਿਕ ਆਪਣਾ ਕਲੀਅਰ ਕਰਨਾ ਹੈ ਪਰਸੈਂਟੇਜ ਦੀ ਵੀਡੀਓ ਦੇਖਣੀ ਹੈ ਤਾਂ ਦੋਸਤੋ ਆ ਚੀਜ਼ ਕਵਰ ਕਰਿਓ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਬਲ ਸਰਕਲ ਵਾਲੇ ਕੁਐਸਚਨ ਸਟਾਰਟ ਕਰਾਂਗੇ ਥੋੜਾ ਜਿਹਾ ਲੈਵਲ ਇੰਕਰੀਜ਼ ਕਰਾਂਗੇ ਤਾਂ ਧਿਆਨ ਨਾਲ ਸਮਝਣਾ ਕੁਐਸਚਨ ਡੀਆਈ ਦਾ ਬਿਲਕੁਲ ਔਖਾ ਨਹੀਂ ਹੁੰਦਾ ਜੇ ਤੁਸੀਂ ਉਹਨੂੰ ਧਿਆਨ ਨਾਲ ਸਮਝ ਕੇ ਚੱਲੋ ਉਹਦੇ ਗ੍ਰਾਫ ਨੂੰ ਸਮਝਣਾ ਤੇ ਉਸ ਦੇ ਅਕੋਰਡਿੰਗ ਕੁਐਸਚਨ ਨੂੰ ਸੋਲਵ ਕਰਦੇ ਜਾਣਾ। ਇਸ ਦਾ ਪੈਟਰਨ ਕੀ ਹੁੰਦਾ ਜਦੋਂ ਦੋ ਡੀਆਈ ਆ ਜਾਣ ਤਾਂ ਦੋ ਸਰਕਲ ਆ ਜਾਣ ਦੇਖੋ ਹੁਣ ਆਪਣੇ ਕੋਲੇ ਦੋ ਸਰਕਲ ਬਣਾ ਕੇ ਦਿੱਤੇ ਜਿਹੜਾ ਆਪਣੇ ਕੋਲੇ ਨੈਕਸਟ ਪੀਡੀਐਫ ਤੁਹਾਨੂੰ ਦਊਂਗਾ ਉਸ ਦੇ ਵਿੱਚ ਉਵੇਂ ਹੀ 4 ਕੁਐਸਚਨਸ ਹੋਣਗੇ ਜਿਸ ਦੇ ਅੱਗੇ 5 ਕੁਐਸਚਨ ਹੋਣਗੇ ਕੁਐਸਚਨ ਤੇ ਉਹਨੂੰ ਸਾਹਮਣੇ ਰੱਖਣਾ ਉਸ ਤੋਂ ਬਾਅਦ ਵੀਡੀਓ ਨੂੰ ਦੇਖਣਾ। ਹੁਣ ਜਿਵੇਂ ਪਹਿਲਾ ਕੁਐਸਚਨ ਹੈ ਤੁਹਾਡੇ ਕੋਲੇ ਪੀਡੀਐਫ ਦੇ ਵਿੱਚ ਆਪਾਂ ਨੇ ਕੋਲੇ ਦੋ ਆਪਣੇ ਕੋਲੇ ਡੀਆਈ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੇ ਸਰਕਲ ਦੇ ਵਿੱਚ ਉਹਨੇ ਹਿੰਦੀ ਨਿਊਜ਼ਪੇਪਰ ਦਿੱਤਾ ਵੀ ਕਿੰਨੇ ਬੰਦੇ ਨੇ ਜਿਹੜੇ ਹਿੰਦੀ ਨਿਊਜ਼ਪੇਪਰ ਪੜ੍ਹਦੇ ਨੇ ਉਹਨੇ ਅੱਗੇ ਉਸ ਤੋਂ ਬਾਅਦ ਆਪਾਂ ਨੂੰ ਕੀ ਦਿੱਤਾ ਡਿਸਟ੍ਰੀਬਿਊਸ਼ਨ ਆਫ ਸੇਲ ਆਫ ਹਿੰਦੀ ਐਂਡ ਇੰਗਲਿਸ਼ ਨਿਊਜ਼ਪੇਪਰ ਇਨ 5 ਲੋਕੈਲਿਟੀ
ਇਹ ਆਪਣੇ ਕੋਲੇ ਉਹਨੇ 5 ਲੋਕੈਲਿਟੀਜ਼ ਨੇ ਜਿਨ੍ਹਾਂ ਦੀ ਹਿੰਦੀ ਨਿਊਜ਼ਪੇਪਰ ਦੀ ਕੀ ਦਿੱਤੀ ਡਿਸਟ੍ਰੀਬਿਊਸ਼ਨ। ਜਿਵੇਂ A ਲੋਕੈਲਿਟੀ ਦੇ ਵਿੱਚ 3500, B ਲੋਕੈਲਿਟੀ ਦੇ ਵਿੱਚ 2400, C ਦੇ ਵਿੱਚ 3600, D ਦੇ ਵਿੱਚ 2500, E ਦੇ ਵਿੱਚ 4000। ਤਾਂ ਦੋਸਤੋ ਸਭ ਤੋਂ ਪਹਿਲਾਂ ਕੰਮ ਤੁਹਾਡਾ ਕੀ ਹੈ, ਇਹਨਾਂ ਦਾ ਟੋਟਲ ਕਰਕੇ ਰੱਖ ਲਓ ਵੀ ਹਿੰਦੀ ਨਿਊਜ਼ਪੇਪਰ ਕਿੰਨੇ ਆਪਣੇ ਕੋਲੇ ਵੰਡੇ ਜਾਂਦੇ ਨੇ। ਹਿੰਦੀ ਨਿਊਜ਼ਪੇਪਰ ਜਦੋਂ ਇਹਨਾਂ ਦਾ ਟੋਟਲ ਕਰਾਂਗੇ, ਟੋਟਲ ਨਿਊਜ਼ਪੇਪਰ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਆ ਜੂਗੀ 16000। ਇਸੇ ਤਰੀਕੇ ਨਾਲ ਇੰਗਲਿਸ਼ ਨਿਊਜ਼ਪੇਪਰ A ਲੋਕੈਲਿਟੀ ਦੇ ਵਿੱਚ 2500 ਜਾਂਦੇ ਨੇ, B ਦੇ ਵਿੱਚ 2000, C ਦੇ ਵਿੱਚ 1800, D ਦੇ ਵਿੱਚ 3600, E ਦੇ ਵਿੱਚ 200। ਤਾਂ ਇੰਗਲਿਸ਼ ਨਿਊਜ਼ਪੇਪਰ ਦੀ ਜਿਹੜੀ ਆਪਣੇ ਕੋਲੇ ਵੰਡ ਹੈ ਉਹ ਕਿੰਨੀ ਹੁੰਦੀ ਹੈ 9500 ਨਿਊਜ਼ਪੇਪਰ। ਹਿੰਦੀ ਨਿਊਜ਼ਪੇਪਰ ਕਿੰਨਾ ਵੰਡਿਆ ਜਾਂਦਾ 16000, ਇੰਗਲਿਸ਼ ਨਿਊਜ਼ਪੇਪਰ ਕਿੰਨਾ ਵੰਡਿਆ ਜਾਂਦਾ 9500। ਤਾਂ ਦੋਸਤੋ ਸਭ ਤੋਂ ਪਹਿਲਾਂ ਇਹ ਨੋਟ ਕਰਕੇ ਰੱਖ ਲੈਣਾ। ਹੁਣ ਉਸ ਤੋਂ ਬਾਅਦ ਜਦੋਂ ਕੁਐਸਚਨ ਪੜ੍ਹਨਾ ਹੈ, ਸਭ ਤੋਂ ਪਹਿਲਾ ਕੁਐਸਚਨ ਇਹੀ ਹੈ, what is the difference between total sale of English newspaper and Hindi newspaper। ਉਹਨੇ ਕਿਹਾ difference between English and Hindi newspaper। ਤਾਂ difference ਪਤਾ ਕਰਨਾ ਮਤਲਬ ਦੋਹਾਂ ਨੂੰ ਮਾਈਨਸ ਕਰਾਂਗੇ। ਤਾਂ ਸਭ ਤੋਂ ਪਹਿਲਾ ਕੁਐਸਚਨ ਕੀ ਹੈ, ਇੰਗਲਿਸ਼ ਨਿਊਜ਼ਪੇਪਰ ਤੇ ਹਿੰਦੀ ਨਿਊਜ਼ਪੇਪਰ ਦਾ ਡਿਫਰੈਂਸ ਕੱਢੋ। ਤਾਂ 16000 ਮਾਈਨਸ 9500, ਜਦੋਂ ਇਹਨੂੰ ਮਾਈਨਸ ਕਰ ਦਾਂਗੇ ਆਪਣੇ ਕੋਲੇ ਆਨਸਰ ਕਿੰਨਾ ਆ ਜਾਊਗਾ 6500 ਆਨਸਰ ਆ ਜਾਊਗਾ। ਤਾਂ ਪਹਿਲੇ ਕੁਐਸਚਨ ਦਾ ਆਨਸਰ ਆ ਗਿਆ C ਆਪਸ਼ਨ। ਤਾਂ ਬੇਸਿਕ ਕੁਐਸਚਨ ਹੈ, ਜੇ ਤੁਸੀਂ क्वेश्चन ਨੂੰ समझ के चलोगे, चाहे 2 वाला DI वाला आ जाए, 2 सर्कल वाला आ जाए, चाहे 3 वाला आ जाए। हुन जिवें नेक्स्ट क्वेश्चन है, नेक्स्ट क्वेश्चन कहंदा व्हाट इज द सेंट्रल एंगल कोरस्पोंडिंग टू सेल ऑफ हिंदी न्यूज़पेपर इन लोकैलिटी E। हिंदी न्यूज़पेपर इन लोकैलिटी E। ਤਾਂ ਦੋਸਤੋ ਹਿੰਦੀ ਨਿਊਜ਼ਪੇਪਰ E ਲੋਕੈਲਿਟੀ ਦੇ ਵਿੱਚ, E ਲੋਕੈਲਿਟੀ ਦੇ ਵਿੱਚ ਹਿੰਦੀ ਨਿਊਜ਼ਪੇਪਰ ਕਿੰਨਾ 4000, ਟੋਟਲ ਹਿੰਦੀ ਨਿਊਜ਼ਪੇਪਰ ਕਿੰਨਾ 16000। ਹੁਣ ਆਪਾਂ ਨੇ ਇਹਨੂੰ ਐਂਗਲ ਦੇਣਾ ਹੈ, ਐਂਗਲ ਦੇਣਾ। ਤਾਂ ਐਂਗਲ ਦੇਖੋ ਕਿਵੇਂ ਦਿੰਨੇ ਹੁੰਨੇ ਆ, ਆਪਣੇ ਕੋਲੇ E ਲੋਕੈਲਿਟੀ ਦੇ ਵਿੱਚ 4000 ਹੈ, ਡਿਵਾਈਡ ਬਾਈ 16000। ਹੁਣ ਜੇ ਆਪਾਂ ਪਰਸੈਂਟੇਜ ਕਨਵਰਟ ਕਰਨਾ ਹੁੰਦਾ ਗੁਣਾ 100 ਕਰਦੇ, ਡਿਗਰੀ ਚ ਕਨਵਰਟ ਕਰਨਾ ਗੁਣਾ ਕਿੰਨਾ ਕਰਾਂਗੇ 360। ਜਿਵੇਂ ਕਿ ਮੈਨੂੰ ਤੁਹਾਨੂੰ ਦੱਸਿਆ ਸੀ ਵੀ ਜੇ ਆਪਾਂ ਪਰਸੈਂਟੇਜ ਨੂੰ ਕਨਵਰਟ ਕਰਦੇ ਆ, ਜਿਵੇਂ 10% ਹੈ ਤਾਂ 10/100 ਗੁਣਾ 360, ਕਿਉਂਕਿ ਉੱਥੇ ਟੋਟਲ 100 ਹੁੰਦਾ। ਹੁਣ ਉਰੇ ਟੋਟਲ ਕਿੰਨਾ 16000, ਤਾਂ 4000/16000 ਗੁਣਾ 360। 3 0 ਨਾਲ 3 0 ਕੱਟ ਗਿਆ, ਚੌਕਮ ਚੌਕੀ 16, ਇਹਨੂੰ ਕੱਟੋਗੇ ਕਿੰਨੇ ਡਿਗਰੀ ਆ ਜਾਊਗਾ 90 ਡਿਗਰੀ। ਸੈਕਿੰਡ ਕੁਐਸਚਨ ਦਾ ਆਨਸਰ ਆ ਗਿਆ B ਆਪਸ਼ਨ 90 ਡਿਗਰੀ। ਨੈਕਸਟ ਚੱਲਦੇ ਹਾਂ ਥਰਡ ਕੁਐਸਚਨ ਤੇ। ਤਾਂ ਦੋਸਤੋ ਥਰਡ ਕੁਐਸਚਨ ਹੈ, what is the approximate sum of ratio of sale of English and Hindi newspaper। ਸਭ ਤੋਂ ਪਹਿਲਾਂ ਉਹਨਾਂ ਦੀ ਕਹਿੰਦਾ ਰੇਸ਼ੀਓ ਕੱਢੋ, ਰੇਸ਼ੀਓ ਆਫ ਇੰਗਲਿਸ਼ ਐਂਡ ਹਿੰਦੀ ਨਿਊਜ਼ਪੇਪਰ। ਉਸ ਤੋਂ ਬਾਅਦ ਉਹਨਾਂ ਦਾ ਕੀ ਕਰ ਦੋ, ਜੋੜ ਕਰ ਦੋ, ਸਮ ਕਰ ਦੋ। ਤਾਂ ਆਪਣੇ ਕੋਲੇ ਦੇਖੋ ਇੰਗਲਿਸ਼ ਤੇ ਹਿੰਦੀ ਇਹਨਾਂ ਦੀ ਰੇਸ਼ੋ ਕੱਢਣੀ ਹੈ। ਹੁਣ ਇੰਗਲਿਸ਼ ਨਿਊਜ਼ਪੇਪਰ ਆਪਣੇ ਕੋਲੇ ਕਿੰਨਾ 9500, ਹਿੰਦੀ ਨਿਊਜ਼ਪੇਪਰ ਕਿੰਨਾ ਆਪਣੇ ਕੋਲੇ 16000। ਤਾਂ ਦੋਸਤੋ ਇਹਨੂੰ ਘਟਾਣੇ ਆ, 2 0 ਨਾਲ 2 0 ਕੱਟ ਗਈਆਂ, ਅੱਗੇ 5 ਦੇ ਟੇਬਲ ਤੇ ਕੱਟ ਦਾਂਗੇ 19, ਇਹ 5 ਦੇ ਟੇਬਲ ਤੇ ਕਰ ਦਾਂਗੇ 32। ਤਾਂ 19:32 ਆ ਗਿਆ। ਹੁਣ ਸਭ ਤੋਂ ਪਹਿਲਾਂ ਰੇਸ਼ੋ ਕੱਢਣੀ ਹੈ, ਫਿਰ ਇਹਨਾਂ ਦੀ ਰੇਸ਼ੋ ਦਾ ਜੋੜ ਕੱਢਣਾ ਹੈ। ਰੇਸ਼ੋ ਦਾ ਜੋੜ ਕਰਨਾ ਤਾਂ 19 ਤੇ 32 ਦਾ ਜੋੜ ਕਰਾਂਗੇ, ਆਪਣੇ ਕੋਲੇ ਕਿੰਨਾ ਆਨਸਰ ਆ ਜਾਊਗਾ 51। 51 in the means option ਕੀ ਆ ਗਈ ਥਰਡ ਕੁਐਸਚਨ ਦੀ A ਆਪਸ਼ਨ। ਨੈਕਸਟ ਚੱਲਦੇ ਹਾਂ ਫੋਰਥ ਕੁਐਸਚਨ ਤੇ। ਹੁਣ ਫੋਰਥ ਕੁਐਸਚਨ ਹੈ ਦੋਸਤੋ ਆਪਣੇ ਕੋਲੇ, what is the ratio of average number of English newspaper from locality B, C and D। ਦੇਖੋ ਉਹਨੇ ਐਵਰੇਜ ਵਰਡ ਯੂਜ਼ ਕੀਤਾ ਹੈ, ਐਵਰੇਜ ਨੰਬਰ ਆਫ ਇੰਗਲਿਸ਼ ਨਿਊਜ਼ਪੇਪਰ ਫਰਮ ਲੋਕੈਲਿਟੀ B, C and D। ਪਹਿਲਾਂ ਤਾਂ B, C ਤੇ E ਇਹਨਾਂ ਦੀ ਜਿਹੜੀ ਟੋਟਲ ਆਪਣੇ ਕੋਲੇ ਵੰਡ ਹੈ ਉਹ ਕਿੰਨੀ ਹੈ 2000 + 1800 + 200 4000। ਹੁਣ ਆਪਣੇ ਕੋਲੇ ਫੋਰਥ ਕੁਐਸਚਨ ਦੇ ਵਿੱਚ ਇੰਗਲਿਸ਼ ਨਿਊਜ਼ਪੇਪਰ ਦੇ ਵਿੱਚ B, C ਤੇ E ਦੀ ਆਪਣੇ ਕੋਲੇ ਕਿੰਨੀ ਆ ਗਈ 4000 ਆ ਗਈ। ਤਾਂ ਜੇ ਐਵਰੇਜ ਕੱਢਣੀ ਹੈ ਤਾਂ ਐਵਰੇਜ ਕਿੰਨੇ ਨਾਲ ਡਿਵਾਈਡ ਕਰ ਦਾਂਗੇ ਦੋਸਤੋ 3 ਨਾਲ, ਕਿਉਂਕਿ ਆਪਣੇ ਕੋਲੇ ਕਿੰਨੀ ਲੋਕੈਲਿਟੀ ਦੀ ਗੱਲ ਕਰ ਰਿਹਾ 3 ਲੋਕੈਲਿਟੀ ਦੀ। ਨੈਕਸਟ ਉਹਨੇ ਕਿਹਾ ਹਿੰਦੀ ਨਿਊਜ਼ਪੇਪਰ ਫਰਮ ਲੋਕੈਲਿਟੀ A and D। ਹਿੰਦੀ ਨਿਊਜ਼ਪੇਪਰ A ਤੇ D ਦੀ, देखो इधर हिंदी लिख लांगे A ते D। A अपने कोले 3500, D अपने कोले 2500, टोटल 6000 हो गया, टोटल 6000 हो गया। हम 2 लोकैलिटी ने तो डिवाइड बाय कितना कर दांगे 2 कर दांगे। तो जे आप कटा दिए 3 0 नाल 3 0 कट गया, 4 दे टेबल दे उरे 2 कट गया, उरे 3 कट गया, ये ऊपर आके गुना हो जू, इधर आके गुना हो जू, तो आंसर आ जाऊगा 4:9। तो दोस्तों फोर्थ क्वेश्चन आंसर कितना आ गया 4:9। नेक्स्ट लास्ट क्वेश्चन पहली DI का लास्ट क्वेश्चन है, फिफ्थ क्वेश्चन, व्हाट इज द रेशियो ऑफ एवरेज नंबर ऑफ सेल ऑफ इंग्लिश न्यूज़पेपर इन लोकैलिटी B and T। B ते D दी इंग्लिश दी अपने कोले B ते D इंग्लिश, B ते D दोस्तों इंग्लिश अपने कोले 5000 है, एवरेज पूछी है तो डिवाइड बाय 2 कर दांगे।
ਨੈਕਸਟ ਹਿੰਦੀ ਦੇ ਵਿੱਚ ਆਪਣੇ ਕੋਲੇ ਉਹਨੇ ਸਾਰੀ ਲੈ ਲਈ। ਹਿੰਦੀ ਦੇ ਵਿੱਚ ਟੋਟਲ ਕਿੰਨੀ ਹੈ 16000। ਹੁਣ ਡਿਵਾਈਡ ਬਾਈ ਕਿੰਨਾ ਕਰਾਂਗੇ ਐਵਰੇਜ। ਆਪਣੇ ਕੋਲੇ ਕਿੰਨੀਆਂ ਲੋਕੈਲਿਟੀਜ਼ ਨੇ 5 ਨੇ, ਤਾਂ ਕਿੰਨੇ ਨਾਲ ਡਿਵਾਈਡ ਕਰ ਦਾਂਗੇ 5 ਨਾਲ। ਤਾਂ 3 0 ਨਾਲ 3 0 ਕੱਟ ਗਈਆਂ। ਆ 5 ਇੱਧਰ ਜਾ ਕੇ ਗੁਣਾ ਹੋ ਜੂ, 2 ਇੱਧਰ ਜਾ ਕੇ ਗੁਣਾ ਹੋ ਜੂ, ਤਾਂ ਆਨਸਰ ਆ ਜਾਊਗਾ ਦੋਸਤੋ 25:32। 25:32। ਤਾਂ 5th ਕੁਐਸਚਨ ਦਾ ਆਨਸਰ ਆ ਗਿਆ A ਆਪਸ਼ਨ। ਤਾਂ ਇਹ ਸੀ ਆਪਣੇ ਕੋਲੇ ਅੱਜ ਦੀ PDF ਦੀ ਪਹਿਲੀ DI। ਅੱਜ ਆਪਾਂ ਵੀਡੀਓ ਦੇ ਵਿੱਚ ਪਹਿਲੀ DI ਪੜ੍ਹੀ। ਤਾਂ PDF ਨੂੰ ਸਾਹਮਣੇ ਰੱਖ ਕੇ ਇਸ ਤਰੀਕੇ ਨਾਲ DI ਨੂੰ ਸੋਲਵ ਕਰਨਾ ਸੀ। ਨੈਕਸਟ DI ਆਪਾਂ ਅੱਗੇ ਸੋਲਵ ਕਰਦੇ ਹਾਂ। DI ਦੇ ਮੈਂ ਤੁਹਾਡੇ ਸਾਰੇ ਕਨਸੈਪਟ ਕਲੀਅਰ ਕਰ ਦੂੰਗਾ, ਉਸ ਤੋਂ ਬਾਅਦ ਪ੍ਰੈਕਟਿਸ ਕਰਨਾ ਤੁਹਾਡੇ ਖੁਦ ਦੇ ਹੱਥ ਹੈ। ਹੁਣ ਨੈਕਸਟ ਕੁਐਸਚਨ ਦੇਤਾ ਦੋਸਤੋ, ਪਰਸੈਂਟੇਜ ਦੇ ਵਿੱਚ ਉਹਨੇ ਇੱਕ ਸਰਕਲ ਬਣਾ ਕੇ ਦੇਤਾ। ਟੋਟਲ ਨੰਬਰ ਆਫ EMPLOYEES ਨੇ 800। ਟੋਟਲ ਨੰਬਰ ਆਫ EMPLOYEES ਦੇਤੇ 800। ਇੱਕ ਸਰਕਲ ਦੇਤਾ ਜਿਸ ਦੇ ਵਿੱਚ ਵੈਲਿਊਜ਼ ਵੰਡਤੀਆਂ 16% ਅਕਾਊਂਟ, 35% प्रोडक्शन डिपार्टमेंट। ਤੁਹਾਡੇ ਕੋਲੇ ਸਾਈਡ ਤੇ ਦਿੱਤਾ ਹੋਇਆ, ਮੈਂ ਉਰੀ ਲਿਖ ਕੇ ਚੱਲ ਰਿਹਾ। 35% प्रोडक्शन डिपार्टमेंट, 5% HR, 20% IT, 24% मार्केटिंग। मैं अपने नाल ही लिख के चल रहा क्योंकि मैनू रीड करन च ईजी होगा। नैक्सट दोस्तों डिपार्टमेंट उन्हें एक अपने कोले इस तरीके नाल टेबल बना के देता, जिसदे विच उन्हें की लिखिया देखो, डिपार्टमेंट देते उरे, अपने कोले उरे देता नंबर ऑफ मेल्स। डिपार्टमेंट सब तो पहला कहना प्रोडक्शन, प्रोडक्शन डिपार्टमेंट दे विच मेल्स हैगे ने 245, HR दे विच हैगे ने 12, IT दे विच हैगे ने 74, मार्केटिंग दे विच हैगे ने 165, अकाउंट्स दे विच हैगे ने 93। ਤਾਂ ਦੋਸਤੋ ਨੇ ਆ ਆਪਣੇ ਕੋਲੇ ਕੀ ਦਿੱਤੇ, ਦੋ ਸਰਕਲ ਦਿੱਤੇ। ਇਹ ਜਿਹੜੀ ਪਰਸੈਂਟੇਜ ਦਿੱਤੀ ਹੈ, ਇਹ ਦਿੱਤੀ ਹੈ ਆਪਣੇ ਕੋਲੇ ਟੋਟਲ ਨੰਬਰ ਆਫ EMPLOYEES ਦੀ। ਟੋਟਲ ਨੰਬਰ ਆਫ EMPLOYEES ਤੇ EMPLOYEES ਨੇ ਜਿਹੜੇ ਟੋਟਲ ਕਿੰਨੇ ਨੇ 800। ਤਾਂ ਦੋਸਤੋ ਕੀ ਕਰੋ, ਇਸ ਕੁਐਸਚਨ ਨੂੰ ਸੋਲਵ ਕਰਨ ਦਾ ਸਭ ਤੋਂ ਈਜ਼ੀ ਮੈਥਡ ਕੀ ਹੈ, ਪਹਿਲਾਂ ਹਰ ਇੱਕ ਦੀ ਪਰਸੈਂਟੇਜ ਕੱਢ ਲਓ। ਹਰ ਇੱਕ ਦੀ ਪਰਸੈਂਟੇਜ ਕੱਢੋਗੇ, ਜਿਵੇਂ ਆਪਣੇ ਕੋਲੇ ਸਭ ਤੋਂ ਪਹਿਲਾਂ ਪ੍ਰੋਡਕਸ਼ਨ ਡਿਪਾਰਟਮੈਂਟ ਹੈ, प्रोडक्शन डिपार्टमेंट 35% है, तो 35% कट लो 800 का, क्योंकि टोटल का परसेंटेज कटांगे तो 35% 800 का कटोगे थोड़े को आ जाऊगा 35% 800 का अपने को आ जाऊगा 280। प्रोडक्शन डिपार्टमेंट दे विच टोटल एम्प्लॉइज आ जाएंगे 280। तो 200 देखो हुण ये टेबल जे आपां पूरा कर लीए तो अपना क्वेश्चन काफी ईजी हो जाऊगा, तुहानूं क्वेश्चन करन च काफी हेल्प मिलूगी। आपां सब तो पहला टोटल एम्प्लॉइज कट लैने, उरे अपने कोले फीमेल्स आ जाएंगियां। फीमेल्स किवें आ जाएंगे, जे टोटल एम्प्लॉय चो मेल माइनस कर दिए तो अपने कोले की आई जाएंगी, फीमेल्स आई जाएंगी। तो दोस्तों अपने कोले उरे फीमेल्स आ जाएंगे 35। नेक्स्ट HR डिपार्टमेंट, HR डिपार्टमेंट अपने कोले किन्ने 5%, तो 800 का 5% अपने कोले टोटल एम्प्लॉइज आ गए 40। तो 40 चो जे 12 मेल ने तो फीमेल कितनी आ गई 28। नेक्स्ट IT डिपार्टमेंट 20% 800 का 20% कितना आ गया 160। 160 चो जे 74 मेल ने तो फीमेल कितनी हो गई 86। नेक्स्ट मार्केटिंग, मार्केटिंग अपने को 24% 800 का कट लांगे, मार्केटिंग अपने को आ जाऊगा 192। तो दोस्तों मार्केटिंग दे विच अपने को फीमेल्स कितनी आ जाएंगे 27, माइनस कर देंगे 192 चो 165 अपने को फीमेल्स आ जाएंगे 27। लास्ट अकाउंट्स, अकाउंट 16% 800 का 16% कटांगे दोस्तों, अपने को की आ जाऊगा अकाउंट्स आ जाऊगा, अकाउंट्स आ जाएंगे अपने को 128 चो 93 माइनस कर देंगे, फीमेल्स आ जाएंगे 25। तो इस टेबल ਨੂੰ सब तो पहला कंप्लीट करके रख लिया, हर एक दी वैल्यू पता लग गई, मेल्स पता लग गए, टोटल एम्प्लॉइज पता लग गए, फीमेल्स पता लग गए। हुण क्वेश्चन ਜਿਹੜੇ ਆਣਗੇ ਇਹਨਾਂ ਦੇ ਅਕੋਰਡਿੰਗ ਹੀ ਆਣਗੇ, ਇਸ ਦੇ ਅਕੋਰਡਿੰਗ ਡਾਇਰੈਕਟ ਕੁਐਸਚਨ ਹੋਈ ਜਾਣਗੇ। ਜੇ ਤੁਸੀਂ ਹਰ ਇੱਕ ਦੀ ਵੈਲਿਊ ਬਾਅਦ ਚੋਂ ਕੱਢਦੇ ਤਾਂ ਟਾਈਮ ਤੁਹਾਨੂੰ ਜ਼ਿਆਦਾ ਲੱਗਦਾ, ਸਟਾਰਟਿੰਗ ਦੇ ਵਿੱਚ ਹੀ ਕੱਢ ਕੇ ਰੱਖ ਲਓਗੇ ਤਾਂ ਤੁਹਾਨੂੰ ਕੁਐਸਚਨ ਕਾਫੀ ਈਜ਼ੀ ਹੋ ਜਾਊਗਾ। ਜਿਵੇਂ ਕਿ ਦੇਖੋ ਸਭ ਤੋਂ ਪਹਿਲਾ ਕੁਐਸਚਨ ਹੈ ਨੰਬਰ ਆਫ ਮੇਲਸ ਵਰਕਿੰਗ ਇਨ ਮਾਰਕੀਟਿੰਗ ਡਿਪਾਰਟਮੈਂਟ। ਦੇਖੋ ਮੇਲ
वर्किंग इन मार्केटिंग डिपार्टमेंट किन्ने ने 165 इज दा मतलब हुंदा दोस्तों इक्वल टू वट परसेंट मतलब x परसेंट ਤੁਹਾਨੂੰ ਦੱਸਿਆ ਸੀ परसेंटेज ਦਾ ਕਨਸੈਪਟ ਕਲੀਅਰ ਹੋਵੇ ਉਹਦੇ ਵਿੱਚ ਮੈंने ਤੁਹਾਨੂੰ ਆ ਸਾਰਾ ਸਮਝਾਇਆ ਹੋਇਆ ਵੀ ਕਿਵੇਂ ਨੋਟ ਡਾਊਨ ਕਰਨਾ ਹੁੰਦਾ x परसेंट ਆਫ total number of employees working in that department total number of employees working in that department 192 ਤਾਂ ਇੱਥੋਂ ਜਦੋਂ ਇਹਨੂੰ ਸੋਲਵ ਕਰਾਂਗੇ ਆਪਣੇ ਕੋਲੇ x ਦੀ ਵੈਲਿਊ ਆ ਜਾਊਗੀ ਤਾਂ ਦੋਸਤੋ ਇਸ ਨੂੰ ਸੋਲਵ ਕਰ ਲਿਓ ਤੁਹਾਡੇ ਕੋਲੇ x ਆ ਜਾਊਗਾ ਆਪਣੇ ਕੋਲੇ ਕੀ ਬਣ ਜਾਊਗਾ ਦੇਖੋ 165 ਆ 100 ਉੱਪਰ ਜਾ ਕੇ ਮਲਟੀਪਲਾਈ ਹੋ ਜਾਊਗਾ डिवाइड बाय 192 ਇਹਨੂੰ ਜਦੋਂ ਸੋਲਵ ਕਰੋਗੇ ਅਪਰੋਕਸੀਮੇਟ 86% ਆ ਜਾਊਗਾ 85 ਪੁਆਇੰਟ ਸਮਥਿੰਗ ਆ ਰਿਹਾ ਹੋਊਗਾ ਅਪਰੋਕਸੀਮੇਟ ਕਿੰਨਾ ਆ ਜਾਊਗਾ ਤੁਹਾਡੇ ਕੋਲੇ 86% ਇਹ ਸੀ ਆਪਣੇ ਕੋਲੇ ਪਹਿਲਾ ਕੁਐਸਚਨ ਨੈਕਸਟ 7 ਨੰਬਰ ਕੁਐਸਚਨ ਕਹ ਲੋ ਚਾਹੇ ਇਸ ਡੀਆਈ ਦਾ ਸੈਕੰਡ ਕੁਐਸਚਨ ਕਹ ਲੋ ਰੇਸ਼ੀਓ ਬਿਟਵੀਨ ਨੰਬਰ ਆਫ ਫੀਮੇਲ ਵਰਕਿੰਗ ਇਨ ਐਚਆਰ ਡਿਪਾਰਟਮੈਂਟ ਫੀਮੇਲ ਐਚਆਰ ਡਿਪਾਰਟਮੈਂਟ ਦੇ ਵਿੱਚ ਫੀਮੇਲ ਕਿੰਨੀਆਂ ਨੇ 28 ਰੇਸ਼ੀਓ टोटल नंबर ऑफ एम्प्लॉय किन्ने ने एचआर दे विच 40 ਤਾਂ ਦੋਸਤੋ ਇਹਨੂੰ ਜਦੋਂ ਕੱਟ ਦੋਗੇ ਤੁਹਾਡੇ ਕੋਲੇ ਆਨਸਰ ਆ ਜਾਊਗਾ 7:10 ਤਾਂ ਬੇਸ ਸਿੰਪਲ ਕੁਐਸਚਨ ਆਣਗੇ ਬਸ ਤੁਸੀਂ ਇਹਨੂੰ ਬਣਾਉਣਾ ਕੀ ਮੈਂ ਤੁਹਾਨੂੰ ਉਹ ਚੀਜ਼ ਆਣੀ ਚਾਹੀਦੀ ਹੈ ਨੈਕਸਟ ਚੱਲਦੇ ਆ ਥਰਡ ਕੁਐਸਚਨ ਤੇ ਮੇਲ ਵਰਕਿੰਗ ਇਨ ਪ੍ਰੋਡਕਸ਼ਨ ਡਿਪਾਰਟਮੈਂਟ ਆਪਣੇ ਕੋਲੇ ਕਿੰਨੇ ਨੇ 245 what percent of ਉਹੀ ਚੀਜ਼ is equal to what percent of टोटल नंबर ऑफ एम्प्लॉय वर्किंग इन दैट डिपार्टमेंट इस डिपार्टमेंट ਦੇ ਵਿੱਚ ਟੋਟਲ ਬੰਦੇ ਕਿੰਨੇ ਨੇ 280 ਤਾਂ ਦੋਸਤੋ ਜਦੋਂ ਇਹਨੂੰ ਸੋਲਵ ਕਰੋਗੇ x ਦੀ ਵੈਲਿਊ ਆ ਜਾਊਗੀ ਤੁਹਾਡੇ ਕੋਲੇ 87.5% ਏਸੀ ਪਹਿਲੇ ਤਿੰਨ ਕੁਐਸਚਨ ਨੈਕਸਟ ਲਾਸਟ ਦੋ फोर्थ क्वेश्चन है दोस्तों 9th नंबर क्वेश्चन कहना टोटल नंबर ऑफ फीमेल वर्किंग इन आईटी डिपार्टमेंट फीमेल इन आईटी डिपार्टमेंट अपने कोले किन्नियां ने 86 what percent of is equal to same उसे तरीके नाल is equal to what percent of total number of employees in that department इस डिपार्टमेंट ਦੇ ਵਿੱਚ टोटल ਬੰਦੇ ਕਿੰਨੇ ਨੇ 160 ਤਾਂ x ਦੀ ਵੈਲਿਊ ਆਪਣੇ ਕੋਲੇ ਆ ਜੂਗੀ 10.75 ਸੌਰੀ ਆਪਣੇ ਕੋਲੇ ਉਹਨੇ ਕਿਹਾ ਆਰਗੇਨਾਈਜੇਸ਼ਨ ਸਾਰੇ ਟੋਟਲ EMPLOYEES ਦੀ ਟੋਟਲ EMPLOYEES ਕਿੰਨੇ ਨੇ ਆਪਣੇ ਕੋਲੇ 800 ਤਾਂ ਇਹਨੂੰ ਜਦੋਂ x ਦੀ ਵੈਲਿਊ ਸੋਲਵ ਕਰਾਂਗੇ 10.75 क्योंकि उन्हें जेरे फीमेल इन आईटी डिपार्टमेंट इज इक्वल टू व्हाट परसेंट ऑफ टोटल एम्प्लॉय अपने कोले किन्ने ने 800 एम्प्लॉय ने तो इनु सोल्व करके अपने कोले आंसर आ जाएगा 10.75 लास्ट क्वेश्चन तो दोस्तों लास्ट क्वेश्चन है व्हाट इज द रिस्पेक्टिव रेशियो ऑफ नंबर ऑफ मेल्स वर्किंग इन मार्केटिंग डिपार्टमेंट मेल वर्किंग इन मार्केटिंग डिपार्टमेंट 165 टू नंबर ऑफ फीमेल वर्किंग इन दैट डिपार्टमेंट फीमेल किन्नियां ने अपने कोले 27 ਇਹਨੂੰ ਜਦੋਂ ਆਪਾਂ 3 ਦੇ ਟੇਬਲ ਤੇ ਘਟਾ ਦਾਂਗੇ ਆਪਣੇ ਕੋਲੇ ਆਨਸਰ ਆ ਜਾਊਗਾ 55:9 ਤਾਂ ਦੋਸਤੋ ਆਸੀ ਅੱਜ ਦੀ ਪੀਡੀਐਫ ਦੀਆਂ ਪਹਿਲੀਆਂ ਦੋ ਡੀਆਈਜ਼ ਨੈਕਸਟ ਦੋ ਡੀਆਈ ਤੁਸੀਂ ਇਹਨਾਂ ਨੂੰ ਸਮਝ ਕੇ ਖੁਦ ਸੋਲਵ ਕਰਨੀਆਂ ਨੇ ਕੋਈ ਡਾਊਟ ਆਉਂਦਾ ਤੁਸੀਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਨੈਕਸਟ ਆਪਾਂ ਚੱਲਾਂਗੇ ਟੈਬੂਲੇਸ਼ਨ ਫਾਰਮ ਤੇ ਆਪਾਂ ਡੀਆਈ ਦਾ ਟੇਬਲ ਪੜਨਾ ਸਿੱਖਾਂਗੇ ਤੇ ਉਹਦੇ ਕੁਐਸਚਨ ਸੋਲਵ ਕਰਾਂਗੇ ਤਾਂ ਦੋਸਤੋ ਆਸੀ ਡੀਆਈ ਦੀ ਸੈਕੰਡ ਵੀਡੀਓ ਜਿਹਦੇ ਵਿੱਚ ਆਪਾਂ ਪਾਈ ਚਾਰਟ ਪੜਿਆ ਤੇ ਦੋ ਪੀਡੀਐਫ ਸੋਲਵ ਕੀਤੀਆਂ ਨੈਕਸਟ ਡੀਆਈ ਨੈਕਸਟ ਪਾਰਟ ਦੇ ਵਿੱਚ ਆਪਾਂ ਟੇਬਲ ਫਾਰਮ ਪੜਾਂਗੇ ਥੈਂਕ ਯੂ ਸੋ ਮਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡੀਆਈ ਸਟਾਰਟ ਕਰਾਂਗੇ ਡੀਆਈ ਦਾ ਆਪਾਂ ਪਹਿਲਾਂ ਜੋ ਪੜਿਆ ਪਾਈ ਚਾਰਟ ਪੜਿਆ ਸੀ ਸਰਕਲ ਦੀ ਫਾਰਮ ਦੇ ਵਿੱਚ ਸਿੰਗਲ ਪਾਈ ਚਾਰਟ ਪੜਿਆ ਸੀ ਤੇ ਡਬਲ ਪਾਈ ਚਾਰਟ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਟੇਬਲ ਬਣਿਆ ਦੇਖ ਰਹੇ ਹੋ ਇਹ ਡੀਆਈ ਦਾ ਨਾਮ ਹੁੰਦਾ ਟੈਬੂਲੇਸ਼ਨ ਫਾਰਮ ਮਤਲਬ ਇਸ ਦੇ ਵਿੱਚ ਆਪਣੇ ਕੋਲੇ ਜਿਹੜੀ ਡੀਆਈ ਬਣੀ ਹੁੰਦੀ ਹੈ ਜਿਹੜਾ ਗ੍ਰਾਫ ਬਣਿਆ ਹੁੰਦਾ ਇਹ ਗ੍ਰਾਫ ਕਿਸ ਫਾਰਮ ਦੇ ਵਿੱਚ ਬਣਿਆ ਹੁੰਦਾ ਇੱਕ ਟੇਬਲ ਦੀ ਫਾਰਮ ਦੇ ਵਿੱਚ ਬਣਿਆ ਹੁੰਦਾ ਤਾਂ ਦੋਸਤੋ ਜਿਹੜਾ ਟੇਬਲ ਹੁੰਦਾ ਦੇਖੋ ਰੋਜ਼ ਤੇ ਕਾਲਮ ਦੇ ਵਿੱਚ ਹੁੰਦਾ ਤਾਂ ਆਪਣੇ ਕੋਲੇ ਹੁਣ ਦੇਖੋ ਆਪਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਟੇਬਲ ਰੀਡ ਕਰਨਾ ਆਉਣਾ ਚਾਹੀਦਾ ਟੇਬਲ ਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਕੀ ਦਿੱਤਾ ਦੇਖੋ ਸਮੈਸਟਰ ਫੀਸ ਇਨ 1000 ਸਮੈਸਟਰ ਫੀਸ ਦੇਤੀ 1000 ਦੇ ਵਿੱਚ ਹੈ ਜਿਹੜੇ ਆਪਣੇ ਕੋਲੇ ਸਮੈਸਟਰ ਫੀਸ ਦਿੱਤੀ ਹੋਈ ਹੈ ਇਹ ਫੀਸ ਦਿੱਤੀ ਹੋਈ ਹੈ ਫॉर 5 डिफरेंट कोर्स इन 6 डिफरेंट ईयर 6 ईयर ने ते 5 डिफरेंट कोर्स ने केड़े कोर्स ने बीटेक एमएससी बीएड एमफिल ते फार्मेसी ਤਾਂ ਦੋਸਤੋ ਇਹਨਾਂ ਦੀ ਆਪਣੇ ਕੋਲੇ ਹਰ ਇੱਕ ਸਾਲ ਦੀ ਸਮੈਸਟਰ ਫੀਸ ਦੇਤੀ ਹਰ ਇੱਕ ਸਮੈਸਟਰ ਦੀ ਆਪਣੇ ਕੋਲੇ ਫੀਸ ਦੇਤੀ ਜਿਵੇਂ ਕਿ ਤੁਹਾਨੂੰ ਇਹ ਰੀਡ ਕਰਨਾ ਆਣਾ ਚਾਹੀਦਾ ਜਿਵੇਂ ਮੈਂ ਕਹਾਂ ਦੇਖੋ एमफिल ਦੀ ਫੀਸ ਹੈ 2006 ਦੇ ਵਿੱਚ ਕਿੰਨੀ ਹੋਗੀ 5.8
ਹੁਣ ਇਹ 5.8 ਦਾ ਮਤਲਬ ਇਹ 1000 ਦੇ ਵਿੱਚ ਹੈ, ਮਤਲਬ 5800 ਰੁਪਿਆ ਹੋ ਜਾਊਗਾ ਦੋਸਤੋ, ਕਿਉਂਕਿ ਇਹ 5.8 1000 ਦੇ ਵਿੱਚ ਜੇ ਆਪਾਂ ਕਨਵਰਟ ਕਰਨਾ ਹੋਵੇ ਗੁਣਾ 1000 ਕਰ ਦਾਂਗੇ ਤਾਂ ਇਹ ਕਿੰਨਾ ਰੁਪਿਆ ਹੋ ਗਿਆ 5800 ਰੁਪਿਆ। ਜਿਵੇਂ 6.4 6400 ਤਾਂ ਹਰ ਇੱਕ ਆਪਣੇ ਕੋਲੇ ਸਮੈਸਟਰ ਦੀ ਦੋਸਤੋ ਇਹ ਆਪਣੇ ਕੋਲੇ ਫੀਸ ਦੇਤੀ। ਬੀਟੈਕ ਦੀ ਫੀਸ 2005 ਦੀ 11.5, 2006 ਦੀ 14.5, 2007 ਦੀ 20.0। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨੂੰ ਰੀਡ ਕਿਵੇਂ ਕਰੀਦਾ। ਇਹ ਆਪਣੇ ਕੋਲੇ ਈਅਰਸ ਦੇਤੇ, ਇਹ ਆਪਣੇ ਕੋਲੇ ਦੋਸਤੋ ਕੀ ਦੇਤੇ ਕੋਰਸ। ਹੁਣ ਆਪਾਂ ਨੇ ਪੜਿਆ ਸੀ ਪਿਛਲੀ ਡੀਆਈ ਦੇ ਵਿੱਚ ਕਿ ਆਪਾਂ ਨੂੰ ਕਿਹੜੇ-ਕਿਹੜੇ ਕਨਸੈਪਟ ਆਣੇ ਚਾਹੀਦੇ ਨੇ, ਤਾਂ ਉਹੀ ਕਨਸੈਪਟ ਉਹਦੇ ਵਿੱਚ ਆਣੇ ਚਾਹੀਦੇ ਸੀ। ਦੇਖੋ ਇੱਕ ਤਾਂ ਤੁਹਾਨੂੰ ਪਰਸੈਂਟੇਜ, ਐਵਰੇਜ ਤੇ ਰੇਸ਼ੋ, ਮੇਨ ਆ ਤਿੰਨ ਕਨਸੈਪਟ ਹੁੰਦੇ ਨੇ। ਜੇ ਤੁਹਾਨੂੰ ਆ ਤਿੰਨੋਂ ਕਨਸੈਪਟ ਦੀ ਬੇਸਿਕ ਨੌਲੇਜ ਹੈਗੀ ਆ ਤਾਂ ਤੁਹਾਡੇ ਡੀਆਈ ਕਦੇ ਗਲਤ ਨਹੀਂ ਹੋਊਗੀ। ਤੇ ਡੀਆਈ ਜੇ ਕੁਐਸਚਨ ਪੇਪਰ ਦੇ ਵਿੱਚ ਆਇਆ ਤਾਂ 5 ਕੁਐਸਚਨ ਮਿਲਣਗੇ ਦੋਸਤੋ, 4 ਤੋਂ 5 ਕੁਐਸਚਨ, ਮਤਲਬ ਇਹ ਸਾਰੇ ਦੇ ਸਾਰੇ ਤੁਹਾਡੇ ਕੋਲੇ ਹੋਣ ਵਾਲੇ ਕੁਐਸਚਨ ਹੋਣਗੇ। ਤਾਂ ਆਪਾਂ ਇਸ ਕੁਐਸਚਨ ਨੂੰ ਰੀਡ ਕੀਤਾ। ਹੁਣ ਆਪਾਂ ਸਭ ਤੋਂ ਪਹਿਲਾ ਕੁਐਸਚਨ ਪੜ੍ਹਦੇ ਹਾਂ। ਜਿਵੇਂ ਜਿਵੇਂ ਕੁਐਸਚਨ ਨੂੰ ਰੀਡ ਕਰੀ ਜਾਵਾਂਗੇ ਉਵੇਂ ਆਪਾਂ ਨੇ ਇਹ ਗ੍ਰਾਫ ਦੇ ਵਿੱਚੋਂ ਡਾਟਾ ਚੱਕੀ ਜਾਣਾ ਤੇ ਆਪਣਾ ਆਨਸਰ ਆਈ ਜਾਊਗਾ। ਤਾਂ ਦੋਸਤੋ ਜਿਵੇਂ ਕਿ ਆਪਣੇ ਕੋਲੇ ਪਹਿਲਾ ਕੁਐਸਚਨ ਹੈ, what was the approximate percent increase, ਕਿੰਨੇ ਪਰਸੈਂਟ ਆਪਣੇ ਕੋਲੇ ਇੰਕਰੀਜ਼ ਹੋਇਆ, ਕੀ ਇੰਕਰੀਜ਼ ਹੋਇਆ in the semester of B.Ed course in year 2007 as compared to previous year। ਆਪਣੇ ਕੋਲੇ ਇੱਕ ਸਮੈਸਟਰ ਦੀ B.Ed ਕੋਰਸ ਦੀ ਫੀਸ ਦੇਖੋ, B.Ed ਕੋਰਸ ਦੀ ਫੀਸ 2007 ਦੇ ਵਿੱਚ ਪ੍ਰੀਵੀਅਸ ਈਅਰ ਨਾਲੋਂ ਕਿੰਨੀ ਇੰਕਰੀਜ਼ ਹੋਗੀ, ਪ੍ਰੀਵੀਅਸ ਈਅਰ ਨਾਲੋਂ 2007 ਦੇ ਵਿੱਚ ਕਿੰਨੀ ਇੰਕਰੀਜ਼ ਹੋਗੀ B.Ed ਕੋਰਸ। ਤਾਂ ਪਹਿਲਾਂ B.Ed ਕੋਰਸ ਦੇ ਵਿੱਚ ਆਣਾ 2007 ਦੀ ਕਿੰਨੀ ਫੀਸ ਇੰਕਰੀਜ਼ ਹੋਗੀ ਪਿਛਲੇ ਸਾਲ ਨਾਲੋਂ। ਤਾਂ ਦੋਸਤੋ ਪਿਛਲੇ ਸਾਲ ਕਿੰਨੀ ਫੀਸ ਸੀ 11.6, ਮਤਲਬ ਆਪਾਂ ਇਹਨੂੰ ਜੇ ਆਪਾਂ ਲਿਖਣੀ ਹੋਈ ਹੈ 11600, ਪਿਛਲੇ ਸਾਲ ਕਿੰਨੀ ਫੀਸ ਸੀ 11 ਆਪਣੇ ਕੋਲੇ 600। ਤੇ ਇਸ ਵਾਰੀ ਫੀਸ ਕਿੰਨੀ ਆ ਦੋਸਤੋ ਆਪਣੇ ਕੋਲੇ 13900। ਤਾਂ ਕਿੰਨੇ ਪਰਸੈਂਟ ਫੀਸ ਇੰਕਰੀਜ਼ ਹੋਗੀ, ਕਿੰਨੀ, ਪਹਿਲਾਂ ਤਾਂ ਦੇਖੋ ਇੰਕਰੀਮੈਂਟ ਕਿੰਨਾ ਹੋਇਆ। ਤਾਂ ਦੋਸਤੋ ਆਪਣੇ ਕੋਲੇ ਇੰਕਰੀਮੈਂਟ ਕਿੰਨਾ ਹੋਇਆ, ਜੇ ਦੋਹਾਂ ਨੂੰ ਮਾਈਨਸ ਕਰ ਦਾਂਗੇ ਇੰਕਰੀਮੈਂਟ ਹੋਇਆ 2300 ਰੁਪਏ ਦਾ। ਦੋਹਾਂ ਨੂੰ ਮਾਈਨਸ ਕਰਕੇ ਇੰਕਰੀਮੈਂਟ ਕਿੰਨਾ ਹੋਇਆ ਇੰਕਰੀਜ਼ 2300 ਰੁਪਏ ਦਾ। ਤਾਂ ਪਰਸੈਂਟ ਕੱਢਣੀ ਹੋਵੇ, ਪਰਸੈਂਟ ਕੱਢਣ ਦਾ ਫਾਰਮੂਲਾ ਕੀ ਹੁੰਦਾ, ਜਿੰਨਾ ਇੰਕਰੀਮੈਂਟ ਹੋਇਆ ਡਿਵਾਈਡ ਬਾਈ, ਦੇਖੋ ਕਿੱਥੋਂ ਇੰਕਰੀਮੈਂਟ ਹੋਇਆ, ਪਿਛਲੇ ਸਾਲ ਤੋਂ ਇੰਕਰੀਮੈਂਟ ਹੋਇਆ, ਪਿਛਲੇ ਸਾਲ ਵੈਲਿਊ ਕਿੰਨੀ ਸੀ 11600, ਡਿਵਾਈਡ ਬਾਈ 11600 ਗੁਣਾ 100। ਤਾਂ ਦੋਸਤੋ 2300 ਡਿਵਾਈਡ ਬਾਈ 11600 ਗੁਣਾ 100। ਆਪਾਂ ਇਸ ਨੂੰ ਸੋਲਵ ਕਰ ਦਾਂਗੇ, ਆਪਣੇ ਕੋਲੇ ਆ ਜਾਊਗਾ 19.8%, ਮਤਲਬ ਅਪਰੋਕਸੀਮੇਟਲੀ 20% ਆਪਣੇ ਕੋਲੇ ਕੀ ਆ ਜਾਊਗਾ ਦੋਸਤੋ ਆਨਸਰ। ਇਹ ਸੀ ਆਪਣੀ ਵੀਡੀਓ ਦਾ ਪਹਿਲਾ ਕੁਐਸਚਨ। ਤਾਂ ਜੇ ਤੁਹਾਨੂੰ ਇਹ ਚੀਜ਼ ਪਰਸੈਂਟੇਜ ਕੱਢਣੀ ਆਂਦੀ ਹੈ ਤਾਂ ਤੁਹਾਡੇ ਕੋਲੇ ਇਹ ਸਵਾਲ ਕੰਪਲੀਟ ਹੋ ਜਾਊਗਾ ਵੀ ਆਪਣੇ ਕੋਲੇ ਇੰਕਰੀਮੈਂਟ ਤਾਂ ਹੋਇਆ 2300 ਰੁਪਏ ਦਾ। ਹੁਣ ਜੇ ਪਰਸੈਂਟ ਕੱਢਣੀ ਆਂਦੀ ਹੋਊਗੀ ਤਾਂ ਤੁਸੀਂ ਸਹੀ ਕਰੋਗੇ। ਕਈ ਬੱਚੇ ਕੀ ਕਰੀ ਜਾਣਗੇ ਡਿਵਾਈਡ ਬਾਈ 13900 ਲਈ ਜਾਣਗੇ। 13900 ਨਹੀਂ ਲੈਣਾ ਆਪਾਂ ਨੇ, ਡਿਵਾਈਡ ਬਾਈ ਕਿੰਨਾ ਲੈਣਾ 11600, ਕਿਉਂਕਿ ਜਿੱਥੋਂ ਇੰਕਰੀਜ਼ ਹੁੰਦੀ ਹੈ ਨੀਚੇ ਉਹ ਵਾਲੀ ਵੈਲਿਊ ਆਉਂਦੀ ਹੈ। ਤਾਂ ਦੋਸਤੋ ਆ ਸੀ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ। ਨੈਕਸਟ ਕੁਐਸਚਨ ਦੇ ਚੱਲਦੇ ਆ ਇਸੇ ਡੀਆਈ ਦੇ ਸੈਕਿੰਡ ਕੁਐਸਚਨ ਤੇ। ਦੇਖੋ ਸੈਕਿੰਡ ਕੁਐਸਚਨ ਆਪਣੇ ਕੋਲੇ ਕੀ ਕਹਿੰਦਾ, ਸੈਕਿੰਡ ਕੁਐਸਚਨ ਹੈ व्हाट वाज द, सेकंड क्वेश्चन है दोस्तों व्हाट वाज द एवरेज सेमेस्टर फी चार्ज फॉर MSc course over all the years together। ਤਾਂ ਦੋਸਤੋ ਆਪਣੇ ਕੋਲੇ ਸੈਕਿੰਡ ਕੁਐਸਚਨ ਕਿਸ ਤੇ ਹੈ, ਐਵਰੇਜ ਤੇ। ਐਵਰੇਜ ਪਤਾ ਕਰਨੀ ਹੈ ਸਮੈਸਟਰ ਫੀ ਕਿਸ ਦੀ, MSc ਕੋਰਸ ਦੀ। MSc ਕੋਰਸ ਓਵਰ ਆਲ ਦਾ ਇਅਰਸ ਟੂਗੇਦਰ, ਜਿੰਨੇ ਵੀ ਸਾਲ ਦਿੱਤੇ ਹੋਏ ਨੇ ਉਹਦੀ MSc ਕੋਰਸ ਤੇ ਜਿੰਨਾ ਖਰਚਾ ਹੋਇਆ ਉਹਨਾਂ ਦੀ ਆਪਾਂ ਨੇ ਕੀ ਪਤਾ ਕਰਨੀ ਹੈ ਐਵਰੇਜ। ਤਾਂ ਦੋਸਤੋ MSc ਕੋਰਸ ਤੇ ਜਾਣੇ ਆਪਣੇ ਕੋਲੇ, ਉਰੇ ਆਪਣੇ ਕੋਲੇ ਖਰਚਾ ਹੋਇਆ 5800 ਰੁਪਏ ਦਾ ਪਲੱਸ 6400 ਰੁਪਏ ਦਾ। ਇਹਨੂੰ 1000 ਚ ਵੰਡੀ ਜਾਵਾਂਗੇ ਤਾਂ ਆਪਣੇ ਕੋਲੇ 5800 ਆਜੂ। 5.8 ਦਾ ਮਤਲਬ 5800, 10.2 ਦਾ ਮਤਲਬ 10200, MSc ਕੋਰਸ 14.6 ਮਤਲਬ 14600 ਪਲੱਸ 17.7 ਦਾ ਮਤਲਬ 17700 प्लस 20.9 मतलब 20900 डिवाइड बाय दोस्तों ये अपने को आ गया टोटल एवरेज कड्ढन दा फॉर्मूला की हुंदा टोटल डिवाइड बाय जिन्ने नंबर ने किन्ने नंबर ने 1 2 अपने को किन्ने साल ने 6 साल ਤਾਂ ਆ ਸਾਰਿਆਂ ਦਾ ਜੋੜ ਕਰਕੇ ਵਟਾ 6 ਕਰ ਦਾਂਗੇ ਦੋਸਤੋ ਆਪਣੇ ਕੋਲੇ ਕਿੰਨਾ ਆਨਸਰ ਆ ਜਾਊਗਾ 12600।
ਤਾਂ ਆਪਣੇ ਕੋਲੇ ਐਵਰੇਜ ਕਿੰਨੀ ਆ ਜੂਗੀ 12600 ਰੁਪਈਆ। ਇਹ ਸੀ ਆਪਣੇ ਕੋਲੇ ਸੈਕਿੰਡ ਕੁਐਸਚਨ। ਨੈਕਸਟ ਚੱਲਦੇ ਹਾਂ ਇਸੇ ਡੀਆਈ ਦੇ ਥਰਡ ਕੁਐਸਚਨ ਤੇ। थर्ड क्वेश्चन है दोस्तों, देखो what was the difference between the total semester fee charged for diploma all over the year together, all over the years together, and the fee charged for BTech course in year 2009। ਤਾਂ ਦੋਸਤੋ ਆ ਕੁਐਸਚਨ ਅੱਜ ਦੀ ਵੀਡੀਓ ਦਾ ਥਰਡ ਕੁਐਸਚਨ ਹੈ। ਕਹਿੰਦਾ ਡਿਫਰੈਂਸ ਬਿਟਵੀਨ ਦਾ ਟੋਟਲ ਸਮੈਸਟਰ ਫੀ ਚਾਰਜ ਫॉर ਡਿਪਲੋਮਾ ਆਲ ਓਵਰ ਦਾ ਈਅਰ। ਡਿਪਲੋਮੇ ਦੇ ਵਿੱਚ ਟੋਟਲ ਖਰਚਾ ਕਿੰਨਾ ਹੋਇਆ। ਤਾਂ ਦੋਸਤੋ ਕੀ ਕਰਾਂਗੇ ਆਪਾਂ, ਸਭ ਤੋਂ ਪਹਿਲਾਂ ਆਪਣੇ ਡਿਪਲੋਮਾ ਆਲ ਓਵਰ ਦਾ ਈਅਰ ਆਪਾਂ ਡਿਪਲੋਮੇ ਦਾ ਖਰਚਾ ਗਿਣ ਲਾਂਗੇ। ਸੌਰੀ ਉਰੇ ਡਿਪਲੋਮੇ ਦੀ ਥਾਂ ਤੇ ਉਰੇ ਕਰ ਲਿਓ ਐਮਫਿਲ ਦਾ ਖਰਚਾ ਆਲ ਓਵਰ ਦਾ ਈਅਰ ਟੂਗੇਦਰ ਕਿੰਨਾ ਹੋਇਆ। ਐਮਫਿਲ ਦਾ ਖਰਚਾ ਗਿਣ ਲਾਂਗੇ ਆਪਣੇ ਕੋਲੇ। ਐਮਫਿਲ ਦਾ ਖਰਚਾ ਕਿੰਨਾ ਹੋਇਆ ਦੋਸਤੋ, ਐਮਫਿਲ ਦਾ ਖਰਚਾ ਆਪਾਂ ਜੇ ਗਿਣਾਂਗੇ 4.7 ਦਾ ਮਤਲਬ 4700, 5.8 ਦਾ ਮਤਲਬ 5800, ਇਹਨਾਂ ਸਾਰਿਆਂ ਦਾ ਜੋੜ ਕਰ ਦਾਂਗੇ। 8.6 ਦਾ ਮਤਲਬ 8600, 12.7 ਦਾ ਮਤਲਬ 12700, 25.1 ਦਾ ਮਤਲਬ 25100 ਤੇ 18.9 ਦਾ ਮਤਲਬ 18900। ਤਾਂ ਇਹ ਆਪਣੇ ਕੋਲੇ ਟੋਟਲ ਖਰਚਾ ਹੋਇਆ ਐਮਫਿਲ ਦਾ ਆਲ ਓਵਰ ਦਾ ਈਅਰ। ਟੋਟਲ ਐਮਫਿਲ ਦਾ ਖਰਚਾ ਹੋਇਆ, ਇਹਦਾ ਜੋੜ ਕਰਕੇ ਜਿਹੜੀ ਵੀ ਵੈਲਿਊ ਆ ਜੂਗੀ। ਤੇ ਆਪਣੇ ਕੋਲੇ ਬੀਟੈਕ ਦਾ ਖਰਚਾ ਕਿੰਨਾ ਹੋਇਆ। ਬੀਟੈਕ ਦਾ ਖਰਚਾ 2009 ਦੇ ਵਿੱਚ, ਬੀਟੈਕ ਦਾ ਖਰਚਾ 2009 ਦੇ ਵਿੱਚ ਕਿੰਨਾ ਹੋਇਆ 35800। ਤਾਂ ਦੋਸਤੋ ਇਹਨੂੰ ਜੋੜ ਕਰਕੇ ਜਿਹੜੀ ਵੈਲਿਊ ਆ ਜੂਗੀ ਉਹ ਚੋਂ 35800 ਘਟਾ ਦਾਂਗੇ, ਆਪਣੇ ਕੋਲੇ ਕੀ ਆ ਜੂਗਾ ਆਪਣਾ ਆਨਸਰ। ਇਸੀ ਵੀਡੀਓ ਦਾ ਥਰਡ ਕੁਐਸਚਨ ਵੀ ਆਪਣੇ ਕੋਲੇ ਐਮਫਿਲ ਦਾ ਟੋਟਲ ਆਲ ਓਵਰ ਈਅਰ ਖਰਚਾ ਕਿੰਨਾ ਹੋਇਆ। ਐਮਫਿਲ ਦਾ ਖਰਚੇ ਦਾ ਆਪਾਂ ਜੋੜ ਕਰ ਦਾਂਗੇ। ਐਮਫਿਲ ਦਾ ਖਰਚਾ ਆ ਜੂਗਾ ਤੇ ਬੀਟੈਕ ਦਾ 2009 ਦਾ ਜੋ ਖਰਚਾ ਹੋਇਆ ਇਹਨਾਂ ਦੋਹਾਂ ਨੂੰ ਮਾਈਨਸ ਕਰ ਦਾਂਗੇ, ਆਪਣੇ ਕੋਲੇ ਕੀ ਆ ਜੂਗਾ ਆਪਣਾ ਆਨਸਰ ਆ ਜੂਗਾ। ਤਾਂ ਦੋਸਤੋ ਇਹ ਕੈਲਕੂਲੇਸ਼ਨ ਹੈ, ਤੁਸੀਂ ਖੁਦ ਕਰੋਗੇ। ਨੈਕਸਟ ਚੱਲਾਂਗੇ ਫੋਰਥ ਕੁਐਸਚਨ ਤੇ। नेक्स्ट क्वेश्चन है दोस्तों, देखो फोर्थ नंबर, द semester fee charged for MPhil course was approximately what percent of semester fee for MSc course in year 2009 ਤਾਂ ਦੋਸਤੋ ਆ क्वेश्चन अपने को लिए फोर्थ। The semester fee charge for MPhil course in year 2008 MPhil course ਦਾ 2008 ਦੇ ਵਿੱਚ ਖਰਚਾ। MPhil course ਦਾ 2008 ਦੇ ਵਿੱਚ ਖਰਚਾ ਕਿੰਨਾ ਹੋਇਆ ਦੋਸਤੋ 12700। was approximately ਮਤਲਬ ਕਾਦੇ ਬਰਾਬਰ ਹੈ, what percent मतलब ਕਿੰਨੇ percent off ਦਾ ਮਤਲਬ ਕੀ ਹੁੰਦਾ ਤੁਹਾਨੂੰ ਦੱਸਿਆ ਸੀ ਗੁਣਾ। what percent मतलब x% off ਸਮੈਸਟਰ ਫੀ ਫॉर MSc ਇਨ ਈਅਰ 2009। MSc ਦਾ 2009 ਦੇ ਵਿੱਚ ਖਰਚਾ ਕਿੰਨਾ ਦੋਸਤੋ 17.7। ਤਾਂ x ਦੀ ਵੈਲਿਊ ਕਿੰਨੀ ਬਣ ਆਪਣੇ ਕੋਲੇ 17700 ਬਣ ਜੂਗਾ। ਇਹ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟ ਗਈਆਂ ਤਾਂ 12700 ਵਟਾ 177। ਜਦੋਂ ਇਹਨੂੰ ਕੈਲਕੂਲੇਟ ਕਰੋਗੇ ਦੋਸਤੋ ਤੁਹਾਡੇ ਕੋਲੇ ਆਨਸਰ ਆ ਜਾਊਗਾ 71.75%, ਮਤਲਬ ਅਪਰੋਕਸੀਮੇਟਲੀ 72% ਤੁਹਾਡੇ ਕੋਲੇ ਕੀ ਹੋਇਆ, ਆਪਣੇ ਕੋਲੇ ਇਹ ਪਰਸੈਂਟ ਹੈ 72%। ਤਾਂ ਆਪਣੇ ਕੋਲੇ MPhil ਕੋਰਸ ਦਾ ਖਰਚਾ
अपने कोले किन्ने परसेंट हो गया 72%। तो दोस्तों आ सी अपने कोले अज दी वीडियो दी पहली DI। एक DI होर करांगे जिहड़ी टेबल दी फॉर्म दे विच होगी। तो हुण चलदे हां नैक्सट DI ते। नेक्स्ट DI है डिपार्टमेंट IT अकाउंट्स प्रोडक्शन HR मार्केटिंग एंड कस्टमर सर्विस। टोटल नंबर ऑफ एम्प्लॉइज 840, 220, 900, 360, 450 एंड 540। उस तो बाद देती दोस्तों परसेंटेज ऑफ फीमेल, परसेंटेज ऑफ फीमेल, परसेंटेज ऑफ मेल, किन्ने परसेंट मेल ने किन्ने परसेंट फीमेल ने। तो 45 जी 45 आने तो 55, 35, 35 था 65, 23 था 77, 65, 65, 35, नेक्स्ट 44 था 56, लास्ट 40 था किन्ने परसेंट हो गए 60। तो दोस्तों अपने कोले नेक्स्ट अपने कोले ग्राफ देता जिस दे विच उन्हें अपने कोले पहला तो डिपार्टमेंट देते भी एक कंपनी दे विच डिपार्टमेंट ने IT डिपार्टमेंट है, अकाउंट्स डिपार्टमेंट है, प्रोडक्शन डिपार्टमेंट, HR डिपार्टमेंट, मार्केटिंग ते कस्टमर सर्विस। उस तो बाद उन्हां दे विच एम्प्लॉइज किन्ने किन्ने ने जिवें IT दे विच 840 एम्प्लॉइज ने, 840 ਦੇ ਵਿੱਚੋਂ 45% फीमेल ने, 840 ਦਾ 45% फीमेल ने ਤੇ 55% ਕੀ ਹੋ ਗਏ ਮੇਲ। ਐਂ ਅਕਾਊਂਟਸ ਡਿਪਾਰਟਮੈਂਟ ਦੇ ਵਿੱਚ 220 ਬੰਦੇ ਨੇ ਜਿਹਦੇ ਵਿੱਚ 35% फीमेल ਨੇ, 65% ਕੀ ਹੋ ਗਏ ਆਪਣੇ ਕੋਲੇ ਮੇਲ। ਇਹ ਦੋਸਤੋ ਇੱਕ ਤਰ੍ਹਾਂ ਦੇ ਪਰਸੈਂਟੇਜ ਦੇ ਵਿੱਚ ਦਿੱਤੀ ਹੋਈ ਆਪਾਂ ਨੂੰ ਸਾਰੀ ਵੈਲਿਊਜ਼। ਟੋਟਲ ਬੰਦੇ ਨਾਲ ਲੈ ਕੇ ਚੱਲ ਪਿਓ ਵੀ 55 ਮੇਲ, ठीक है। ये सारी परसेंटेज है, मतलब 45% ऑफ 840, 35% ऑफ 220। ਐਂ प्रोडक्शन डिपार्टमेंट ਦੇ ਵਿੱਚ 900 एम्प्लॉइज ने, 900 ਦਾ 23% ਆਪਣੇ ਕੋਲੇ ਕੀ ਹੋਗੀ फीमेल होगी। HR ਦੇ ਵਿੱਚ 360, मार्केटिंग ਦੇ ਵਿੱਚ 450, कस्टमर सर्विस ਦੇ ਵਿੱਚ 540। ਤਾਂ ਦੋਸਤੋ ਪਹਿਲਾ क्वेश्चन है इस DI ਦੇ ਉੱਤੇ। ਸਭ ਤੋਂ ਪਹਿਲਾ क्वेश्चन ਕੀ ਕਹਿ ਰਿਹਾ ਦੇਖੋ, what is the respective ratio of, what is the respective ratio of number of female in production department to number of female in marketing department। ਤਾਂ ਦੋਸਤੋ ਸਭ ਤੋਂ ਪਹਿਲਾ ਸਵਾਲ ਹੈ ਜਿਹੜਾ ਰੇਸ਼ੀਓ ਦਾ, ਰਿਸਪੈਕਟਿਵ ਰੇਸ਼ੀਓ ਆਫ ਨੰਬਰ ਆਫ ਫੀਮੇਲ ਇਨ ਪ੍ਰੋਡਕਸ਼ਨ ਡਿਪਾਰਟਮੈਂਟ। ਫੀਮੇਲ ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਨੇ ਦੇਖੋ ਦੋਸਤੋ, ਪ੍ਰੋਡਕਸ਼ਨ ਡਿਪਾਰਟਮੈਂਟ ਦੇ ਵਿੱਚ ਟੋਟਲ 900 ਬੰਦਾ ਹੈ, 900 ਦਾ 23% ਫੀਮੇਲ ਨੇ। ਤਾਂ ਆਪਾਂ ਲਿਖ ਸਕਦੇ ਹਾਂ 23% ਆਫ 900 ਇਹ ਆਪਣੇ ਕੋਲੇ ਫੀਮੇਲ ਹੋ ਗਈਆਂ। ਰੇਸ਼ੀਓ ਕਿਹਦੀ ਰੇਸ਼ੀਓ, ਨੰਬਰ ਆਫ ਫੀਮੇਲ ਇਨ ਮਾਰਕੀਟਿੰਗ ਡਿਪਾਰਟਮੈਂਟ। ਮਾਰਕੀਟਿੰਗ ਡਿਪਾਰਟਮੈਂਟ ਦੇ ਵਿੱਚ ਫੀਮੇਲ ਕਿੰਨੀਆਂ ਨੇ 44% ਕਿਸ ਦਾ 450 ਦਾ। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ 44% ਆਫ 450। ਤਾਂ ਇਹਨੂੰ ਘਟਾ ਦਾਂਗੇ ਦੋਸਤੋ 100 ਨਾਲ 100 ਕੱਟ ਗਿਆ, 450 ਨੂੰ 900 ਤੇ ਘਟਾ ਦਾਂਗੇ 2 ਤੇ, 2 ਨੂੰ 44 ਤੇ ਘਟਾ ਦਾਂਗੇ 22। ਤਾਂ ਕਿੰਨੀ ਰੇਸ਼ੀਓ ਆ ਗਈ 23:22, 23:22। ਤਾਂ ਦੋਸਤੋ ਇਹ ਸੀ ਇਸ ਆਪਣੇ ਕੋਲੇ ਗ੍ਰਾਫ ਦਾ ਪਹਿਲਾ ਕੁਐਸਚਨ। सेम ਉਹੀ ਕਨਸੈਪਟ ਨੇ, ਬੇਸਿਕ ਰੇਸ਼ੀਓ, ਐਵਰੇਜ, ਪਰਸੈਂਟੇਜ। ਜੇ ਤੁਹਾਨੂੰ ਇਹਨਾਂ ਦੀ ਬੇਸਿਕ ਨੌਲੇਜ ਹੈਗੀ ਤਾਂ ਤੁਸੀਂ DI ਚੋਂ ਮਾਰ ਨਹੀਂ ਖਾਓਗੇ, DI ਦੇ 5 ਨੰਬਰ ਪੱਕਾ ਲੈ ਕੇ ਆਓਗੇ, ਬਸ ਥੋੜੀ ਜੀ ਤੁਹਾਡੀ ਕੈਲਕੂਲੇਸ਼ਨ ਸਟਰੋਂਗ ਹੋਵੇ। ਤਾਂ ਨੈਕਸਟ ਚੱਲਦੇ ਹਾਂ ਦੋਸਤੋ
अगले सवाल ते इस DI दे। नेक्स्ट क्वेश्चन है देखो, व्हाट इज द टोटल नंबर ऑफ employees in all the departments together, ਤਾਂ ਦੋਸਤੋ दूसरे सवाल चो ने टोटल एम्प्लॉइज पूछे ने। टोटल एम्प्लॉइज कड्ढण लई आपां सारे एम्प्लॉइज का की कर दांगे, जोड़ कर दांगे। सारे एम्प्लॉइज का जोड़ कर दियो, मतलब 840 220 900 360 450 ਤੇ 540 इन्हां सारिਆਂ ਦਾ जोड़ करोगे ਤੁਹਾਡੇ ਕੋਲੇ आंसर आ जाऊगा। जोड़ करके इन्हां ਦਾ आंसर आ ਜਾਂਦਾ 3310, मतलब टोटल एम्प्लॉइज किन्ने हो गए ਤੁਹਾਡੇ ਕੋਲੇ 3310। नेक्स्ट चलदे हां थर्ड क्वेश्चन ते। इस ग्राफ का थर्ड नंबर क्वेश्चन, तो दोस्तों इस ग्राफ का तीसरा क्वेश्चन है, व्हाट इज द टोटल नंबर ऑफ मेल्स इन IT एंड कस्टमर सर्विस डिपार्टमेंट टुगेदर। तो दोस्तों आ सवाल है, उन्हें पूछा कहना टोटल नंबर ऑफ मेल्स इन IT एंड कस्टमर सर्विस टुगेदर। मेल दसने ने IT डिपार्टमेंट दे विच, पहला तो IT डिपार्टमेंट दे विच टोटल बंदे 840 ने, जिहदा 55% की ने मेल, तो आप वो कट सकते हैं 55% ऑफ 840 प्लस मेल आपने पता करने ने कस्टमर सर्विस दे विच 540 बंदे ने, जिहदा 60% मेल ने। तो इनू किवें सोल्व कर लांगे, 60% ऑफ 540, इन्हां दोहां नू सोल्व करके आप आंसर कढ लांगे दोस्तों 400। अपने कोले इनू सोल्व करांगे, अपने कोले वैल्यू आ जाएगी 462 प्लस इन्हां नू सोल्व करांगे, अपने कोले कैलकुलेट करांगे 324। टोटल अपने कोले बंदे आ जाणगे 786। तो टोटल अपने कोले दोस्तों एम्प्लॉइज आ जाणगे 786। तो ये सी अपने कोले दोस्तों वीडियो का थर्ड क्वेश्चन। नेक्स्ट चलते हैं लास्ट क्वेश्चन ते। अज दी वीडियो के लास्ट क्वेश्चन ते इस ग्राफ का भी लास्ट क्वेश्चन है। तो क्वेश्चन की कह रहे देखो, टोटल नंबर ऑफ, फोर्थ क्वेश्चन है, टोटल नंबर ऑफ एम्प्लॉइज इन HR डिपार्टमेंट, total number of employees in HR department is approximately what percent of total number of employees in accounts department, तो दोस्तों लास्ट क्वेश्चन है, कहंदा टोटल नंबर ऑफ एम्प्लॉइज इन HR डिपार्टमेंट। HR डिपार्टमेंट दे विच टोटल एम्प्लॉइज किन्ने ने दोस्तों 360। फिर हुई इज वट परसेंट, मतलब X%, इज दा मतलब इक्वल टू हुंदा, ऑफ दा मतलब की हो गया अगे गुना। टोटल एम्प्लॉई इन अकाउंट डिपार्टमेंट दे विच बंदे किन्ने ने दोस्तों 220। तो 1 0 नाल 1 0 कट जूगी, तो आप एक्स की वैल्यू कट लांगे 360, यह 10 उपर जाके गुना हो जाऊगा, तो 22 नीचे जाके की हो जाऊगा डिवाइड। इनू आप सोल्व कर लांगे, अपने को अप्रोक्सीमेटली 163.6% आंसर आ जाऊगा। तो दोस्तों 164% अप्रोक्सीमेट की आ जाऊगा अपने को आंसर। तो ये सी दोस्तों अपने को पहले दोनों अपने को टेबल टेबल की फॉर्म के आप दो ग्राफ पढ़े, इसके थोनों क्वेश्चन दूंगा। इस तो बाद आप बार ग्राफ पढ़ के फिर आप मिक्स क्वेश्चन शुरू करांगे। तो दोस्तों ये सारे अपने को ग्राफ आते होंगे ने, पाई चार्ट हो गया, अपने को टेबल चार्ट हो गया, जिमें मैंने तुहानूं पहली वीडियो के विच सारे ग्राफ की फॉर्म दसी सी। तो इन्हां क्वेश्चन की मेन होंदी आ तुहाडे कोले बेसिक कंसैप्ट होण, कैलकुलेशनस होण ते तुहानूं ग्राफ रीड करना आना चाहता होवे। तो दोस्तों यही चीज़ आप कर रहे हैं। DI दी दोस्तों ये फोर्थ पार्ट है,
पहले दो पार्ट ਦੇ ਵਿੱਚ ਆਪਾਂ ਪਾਈ ਚਾਰਟ ਪੜਿਆ, ਇੱਕ ਟੈਬੂਲੇਸ਼ਨ ਫਾਰਮ ਪੜੀ। ਅੱਜ ਦੇ ਵਿੱਚ ਜਿਹੜਾ ਤੁਸੀਂ ਗ੍ਰਾਫ ਦੇਖ ਰਹੇ ਹੋ ਇਹਨੂੰ ਕਹਿੰਦੇ ਨੇ ਬਾਰ ਗ੍ਰਾਫ। ਦੋਸਤੋ ਇਸ ਗ੍ਰਾਫ ਦਾ ਨਾਮ ਕੀ ਹੈ? ਬਾਰ ਗ੍ਰਾਫ। ਕਰਨ ਦਾ ਤਰੀਕਾ ਸਾਰਾ ਸੇਮ ਹੈ, ਬਸ ਗ੍ਰਾਫ ਰੀਡ ਕਰਨ ਦਾ ਥੋੜਾ ਜਿਹਾ ਪੈਟਰਨ ਚੇਂਜ ਹੋ ਜਾਂਦਾ ਹੈ। क्वेश्चन ਨੂੰ ਸੋਲਵ ਕਰਨ ਦਾ ਤਰੀਕਾ ਸਾਰਾ ਸੇਮ ਰਹੂਗਾ। क्वेश्चंस ਉਹੀ ਤਰੀਕੇ ਦੇ, ਐਵਰੇਜ, ਰੇਸ਼ੀਓ, ਪਰਸੈਂਟੇਜ ਉਹੀ ਬੇਸਿਕ। ਜੇ ਆਪਾਂ ਨੂੰ ਇਹ ਤਿੰਨੋਂ ਕਨਸੈਪਟ ਆਉਂਦੇ ਨੇ ਆਪਣਾ ਡੀਆਈ ਦਾ क्वेश्चन ਗਲਤ ਨਹੀਂ ਹੋਊਗਾ। ਤਾਂ ਦੋਸਤੋ ਅੱਜ ਦਾ क्वेश्चन ਸ਼ੁਰੂ ਕਰਦੇ ਆ। ਦੇਖੋ ਇਹ ਆਪਣੇ ਕੋਲੇ ਬਾਰ ਗ੍ਰਾਫ ਦਿੱਤਾ, ਜਿਵੇਂ ਕਿ ਆਪਣੇ ਕੋਲੇ ਬਾਰ ਗ੍ਰਾਫ ਦੇ ਵਿੱਚ ਕੀ ਦਿੱਤਾ, ਦੇਖੋ ਦੋਸਤੋ ਤਿੰਨ ਸਬਜੈਕਟ ਦਿੱਤੇ, ਹਿੰਦੀ, ਇੰਗਲਿਸ਼ ਤੇ ਮੈਥ। ਤਿੰਨ ਸਬਜੈਕਟ ਦਿੱਤੇ ਹੋਏ ਨੇ, ਹਿੰਦੀ, ਇੰਗਲਿਸ਼, ਮੈਥ, ਤੇ ਇਹਨਾਂ ਦੇ ਵਿੱਚ ਨੰਬਰ ਆਫ ਸਟੂਡੈਂਟ ਇਨ 1000 ਆਪਣੇ ਕੋਲੇ ਸਟੂਡੈਂਟਸ ਦਿੱਤੇ। ਦੇਖੋ ਆਪਣੇ ਕੋਲੇ 2005 ਈਅਰ 2005 ਹੈ, ਜਿਹਦੇ ਵਿੱਚ ਆਪਣੇ ਕੋਲੇ ਬਲੈਂਕ ਵਾਲਾ ਜਿਹੜਾ ਉਹ ਹਿੰਦੀ ਦਾ, ਜਿਹੜੀਆਂ ਟੇਢੀਆਂ ਲਾਈਨਾਂ ਨੇ ਆਪਣੇ ਕੋਲੇ ਇੰਗਲਿਸ਼ ਨੂੰ, ਤੇ ਮੈਥ ਵਾਲਾ ਆਪਣੇ ਕੋਲੇ ਜਿਹੜੀ ਆ ਸਿੱਧੀ ਲਾਈਨ ਹੈ। ਤਾਂ ਦੋਸਤੋ ਆਪਣੇ ਕੋਲੇ ਤਿੰਨ ਸਬਜੈਕਟ ਨੇ। ਦੇਖੋ 2005 ਦੇ ਵਿੱਚ ਹਿੰਦੀ ਦੇ ਆਪਣੇ ਕੋਲੇ ਸਟੂਡੈਂਟ ਕਿੰਨੇ ਨੇ? 5, ਮਤਲਬ 5 ਦਾ ਮਤਲਬ ਉਰੇ 5000 ਹੋ ਗਿਆ। ਐਂ ਆਪਣੇ ਕੋਲੇ ਜੇ ਆਪਾਂ ਇੰਗਲਿਸ਼ ਦੇ ਦੇਖੀਏ, ਇੰਗਲਿਸ਼ ਦੇ ਸਟੂਡੈਂਟ ਕਿੰਨੇ ਹੋ ਗਏ? 35000। ਤੇ ਆਪਣੇ ਕੋਲੇ ਮੈਥ ਦੇ ਸਟੂਡੈਂਟ ਕਿੰਨੇ ਨੇ ਦੋਸਤੋ? 15000। ਤਾਂ ਆਪਣੇ ਕੋਲੇ ਹਰ ਇੱਕ ਦੇ ਆਪਣੇ ਸਟੂਡੈਂਟ ਦਿੱਤੇ ਹੋਏ ਨੇ। 2005 ਦੇ ਹੋ ਗਏ। 2006 ਦੇ ਵਿੱਚ ਦੇਖੋ ਹਿੰਦੀ ਦੇ ਸਟੂਡੈਂਟ 5000, ਉਸ ਤੋਂ ਬਾਅਦ ਇੰਗਲਿਸ਼ ਦੇ ਸਟੂਡੈਂਟ 25000 ਤੇ ਮੈਥ ਦੇ ਸਟੂਡੈਂਟ ਆਪਣੇ ਕੋਲੇ 35000। ਫਿਰ ਨੈਕਸਟ ਈਅਰ ਚ ਇਦਾਂ ਹੀ ਆਪਣੇ ਕੋਲੇ ਹਰ ਇੱਕ ਈਅਰ ਦੇ ਦੋਸਤੋ ਆਪਾਂ ਨੂੰ ਸਟੂਡੈਂਟ ਦਿੱਤੇ ਵੀ ਹਿੰਦੀ ਦੇ ਸਟੂਡੈਂਟ ਇੰਨੇ ਨੇ, ਇੰਗਲਿਸ਼ ਦੇ ਸਟੂਡੈਂਟ ਇੰਨੇ ਨੇ ਤੇ ਮੈਥ ਦੇ ਸਟੂਡੈਂਟ ਇੰਨੇ ਨੇ। ਤਾਂ ਆਪਣੇ ਕੋਲੇ ਇਸ ਤਰੀਕੇ ਨਾਲ ਆਪਣੇ ਕੋਲੇ ਬਾਰ ਗ੍ਰਾਫ ਬਣਾ ਕੇ ਦਿੱਤਾ। क्वेश्चन अपने कोले वही परसेंटेज, रेशियो, एवरेज यही क्वेश्चंस पूछूगा। जिवें कि ਤੁਹਾਡੇ ਕੋਲੇ ਪਹਿਲਾ क्वेश्चन देखो बोर्ड ਤੇ नजर आ रहा है। पहले क्वेश्चन ਦੇ ਵਿੱਚ ਉਹਨੇ ਕੀ ਪੁੱਛਿਆ? इफ द टोटल स्टूडेंट इन द यूनिवर्सिटी इन 2007 वाज 4,55,030 ਕਹਿੰਦਾ ਟੋਟਲ ਸਟੂਡੈਂਟ ਕਿੰਨੇ ਨੇ? 4,55,030 ਸਟੂਡੈਂਟ ਨੇ। ਪਤਾ ਕੀ ਕਰਨਾ ਆਪਾਂ ਨੇ? ਟੋਟਲ ਨੰਬਰ ਆਫ ਸਟੂਡੈਂਟ ਹੂ ਆਪਟਡ ਫॉर गिवन 3 ਸਬਜੈਕਟ, ਜਿਹੜੇ ਆਪਣੇ ਕੋਲੇ ਤਿੰਨ ਸਬਜੈਕਟ ਲਈ ਆਪਣੇ ਕੋਲੇ ਸਟੂਡੈਂਟ ਨੇ। ਦੇਖੋ 2007 ਦੇ ਵਿੱਚ ਆਪਣੇ ਕੋਲੇ ਤਿੰਨੋਂ ਸਬਜੈਕਟ ਲਈ ਕਿੰਨੇ ਸਟੂਡੈਂਟ ਨੇ? ਪਹਿਲਾਂ ਤਾਂ ਆਪਾਂ ਦੇਖਾਂਗੇ ਹਿੰਦੀ ਲਈ ਆਪਣੇ ਕੋਲੇ 15000, ਉਸ ਤੋਂ ਬਾਅਦ ਇੰਗਲਿਸ਼ ਲਈ 10000, ਮੈਥ ਲਈ ਫਿਰ 15000। ਟੋਟਲ ਸਟੂਡੈਂਟ ਕਿੰਨਾ ਆਪਣੇ ਕੋਲੇ ਦੋਸਤੋ? ਟੋਟਲ ਸਟੂਡੈਂਟ ਜਿਹੜਾ ਕਿ ਤਿੰਨ ਸਬਜੈਕਟ ਲਈ ਹੈ, ਉਹ ਹੈਗਾ ਆਪਣੇ ਕੋਲੇ 15 + 10 + 15। ਤਾਂ ਇਹ ਆਪਣੇ ਕੋਲੇ ਹੋ ਗਿਆ ਟੋਟਲ ਸਟੂਡੈਂਟ ਹੋ ਗਿਆ 40000। 40000 ਜਿਹੜਾ ਕਿ ਆ ਤਿੰਨ ਸਬਜੈਕਟ ਲਈ ਹੈ। ਤੇ ਇਹ 40000 ਸਟੂਡੈਂਟ ਕਿੰਨੇ ਪਰਸੈਂਟ ਹੈ ਟੋਟਲ ਸਟੂਡੈਂਟ ਦਾ? ਤਾਂ ਦੋਸਤੋ ਇਕੁਏਸ਼ਨ ਕੀ ਬਣੂਗੀ? ਦੇਖੋ 40000 ਇਜ਼ ਇਕੁਅਲ ਟੂ ਕਿੰਨੇ ਪਰਸੈਂਟ ਹੈ ਆਪਾਂ ਨੂੰ ਨਹੀਂ ਪਤਾ, x% ਲੈ ਲਾਂਗੇ ਟੋਟਲ ਸਟੂਡੈਂਟ ਦਾ। ਟੋਟਲ ਸਟੂਡੈਂਟ ਆਪਣੇ ਕੋਲੇ ਕਿੰਨੇ ਨੇ? 4,55,030 ਸਟੂਡੈਂਟ। ਤਾਂ 0 ਨਾਲ 0 ਕੱਟ ਜੂਗੀ। ਉਸ ਤੋਂ ਬਾਅਦ ਆਪਣੇ ਕੋਲੇ x ਦੀ ਵੈਲਿਊ ਕਿੰਨੀ ਬਣ ਜੂਗੀ ਦੋਸਤੋ? 40000 ਗੁਣਾ 10 ਵਟਾ 45503। ਜਦੋਂ ਇਹਨੂੰ ਕੱਟਾਂਗੇ ਅਪਰੋਕਸੀਮੇਟ 8.79% ਆ ਜਾਊਗਾ। ਮਤਲਬ ਆਪਣਾ ਆਨਸਰ ਆ ਜਾਊਗਾ ਦੋਸਤੋ 9%। ਅਪਰੋਕਸੀਮੇਟ ਆਪਣਾ ਆਨਸਰ ਕਿੰਨਾ ਆ ਜਾਊਗਾ? 9%। ਤਾਂ ਇਹ ਆਪਣੇ ਕੁਐਸਚਨ ਦਾ ਪਹਿਲਾ ਆਨਸਰ ਸੀ। ਦੇਖੋ ਕੁਐਸਚਨ ਕਿੰਨਾ ਮਰਜ਼ੀ ਲੈਂਥੀ ਹੋਵੇ, ਤੁਹਾਨੂੰ ਸਭ ਤੋਂ ਪਹਿਲਾਂ ਗ੍ਰਾਫ ਰੀਡ ਕਰਨਾ ਆਉਣਾ ਚਾਹੀਦਾ। ਗ੍ਰਾਫ ਨੂੰ ਰੀਡ ਕਰਨ ਦਾ ਸੇਮ ਪੈਟਰਨ ਹੈ, ਚਾਹੇ ਬਾਰ ਗ੍ਰਾਫ ਹੋਵੇ, ਚਾਹੇ ਪਾਈ ਚਾਰਟ ਹੋਵੇ, ਟੈਬੂਲੇਸ਼ਨ ਫਾਰਮ ਹੋਵੇ। ਗ੍ਰਾਫ ਰੀਡ ਕਰਨਾ ਹੈ। ਗ੍ਰਾਫ ਰੀਡ ਕਰਨ ਤੋਂ ਬਾਅਦ ਉਹੀ ਪਹਿਲਾ ਕੁਐਸਚਨ ਆਪਣੇ ਕੋਲੇ ਪਰਸੈਂਟੇਜ ਤੇ। ਤਾਂ ਪਰਸੈਂਟੇਜ ਦਾ ਕੁਐਸਚਨ ਤੁਹਾਨੂੰ ਬੇਸਿਕ ਜੇ ਪਰਸੈਂਟੇਜ ਆਂਦੀ ਹੈ ਤੁਹਾਡਾ ਇਹ ਕੁਐਸਚਨ ਕਦੇ ਗਲਤ ਨਹੀਂ ਹੋਊਗਾ। ਤਾਂ ਇਹ ਸੀ ਦੋਸਤੋ ਪਹਿਲਾ ਕੁਐਸਚਨ। ਨੈਕਸਟ ਚੱਲਦੇ ਹਾਂ ਇਸੇ ਗ੍ਰਾਫ ਦੇ ਸੈਕਿੰਡ ਕੁਐਸਚਨ ਤੇ। इसे ग्राफ दा सेकंड क्वेश्चन अपने को व्हाट इज द टोटल नंबर ऑफ स्टूडेंट्स who opted for Hindi and mathematics in the year 2006, 7 and 2009 together। ਤਾਂ ਦੋਸਤੋ ਸਵਾਲ ਨੂੰ ਧਿਆਨ ਨਾਲ ਪੜੋ। ਦੇਖੋ ਕੁਐਸਚਨ ਕੀ ਕਹਿ ਰਿਹਾ ਆਪਣੇ ਕੋਲੇ, व्हाट इज द टोटल नंबर ऑफ स्टूडेंट, ਕਿੰਨੇ ਟੋਟਲ ਸਟੂਡੈਂਟ ਨੇ who opted for ਹਿੰਦੀ ਐਂਡ ਮੈਥ, ਜਿਨ੍ਹਾਂ ਨੇ ਹਿੰਦੀ ਤੇ ਮੈਥ ਸਿਲੈਕਟ ਕੀਤਾ ਇਨ ਦਾ ਈਅਰ 2006, 2007 ਤੇ 2009।
ਤਾਂ ਦੋਸਤੋ ਪਹਿਲਾਂ ਆਪਾਂ ਹਿੰਦੀ ਤੇ ਆਪਾਂ ਨੇ ਕੀ ਚਾਹੀਦਾ ਹਿੰਦੀ ਤੇ ਮੈਥ। ਤਾਂ 2006 ਦੇ ਵਿੱਚ ਹਿੰਦੀ ਤੇ ਮੈਥ ਕਿੰਨਾ ਦੇਖੋ 2006 ਦੇ ਵਿੱਚ ਹਿੰਦੀ ਤੇ ਮੈਥ 5 ਤੇ 35 5000 प्लस 35000 मतलब टोटल दोस्तों ये हो गया 40000 क्योंकि 1000 ਦੇ ਵਿੱਚ ਹੈ 5 + 35 40 ਤਾਂ ਆਪਣੇ ਕੋਲੇ ਕਿੰਨਾ ਹੋ ਗਿਆ 40000 ਇਹ ਆਪਣੇ ਕੋਲੇ 2006 ਦਾ ਹੋ ਗਿਆ। ਨੈਕਸਟ 2007 ਦਾ 2007 ਦਾ ਦੋਸਤੋ ਆਪਣੇ ਕੋਲੇ ਹਿੰਦੀ ਤੇ ਮੈਥ ਕਿੰਨਾ 15 + 15 15 + 15 ਆਪਣੇ ਕੋਲੇ ਕਿੰਨਾ ਹੋ ਗਿਆ ਇਹ ਟੋਟਲ 30000 ਤੇ ਨੈਕਸਟ 2009 ਦਾ ਦੋਸਤੋ 2009 ਦਾ 20 ਤੇ 5 ਆਪਣੇ ਕੋਲੇ ਕਿੰਨਾ ਹੋ ਗਿਆ 25000 ਤਾਂ ਟੋਟਲ ਜੇ ਆਪਾਂ ਤਿੰਨਾਂ ਦਾ ਕਾਊਂਟ ਕਰਾਂਗੇ 40 ਤੇ 30 70 70 ਤੇ 25 ਕਿੰਨੇ ਹਜ਼ਾਰ ਹੋ ਗਏ 25000 ਤਾਂ ਦੋਸਤੋ ਆ ਗਿਆ ਆਪਣੇ ਕੋਲੇ ਆਨਸਰ। ਇਹ ਸੀ ਦੂਸਰੇ ਸਵਾਲ ਦਾ ਆਨਸਰ। ਤਾਂ ਉਹੀ ਕੁਐਸਚਨ ਆਪਣੇ ਕੋਲੇ ਸਿੰਪਲ ਸਮ ਕਰਨ ਲਈ ਕਿਹਾ ਸੀ। ਨੈਕਸਟ ਚੱਲਦੇ ਹਾਂ ਥਰਡ ਕੁਐਸਚਨ ਤੇ। इसे डीआई ਦਾ ਤੀਸਰਾ ਸਵਾਲ ਹੈ ਦੋਸਤੋ। क्वेश्चन नंबर 3 कहना टोटल नंबर ऑफ स्टूडेंट्स the total number of students who opted for math in year 2005 and 2008 together is approximately what percent of total number of student who opted for all the three subject in the same year ਤਾਂ ਦੋਸਤੋ ਆਪਣੇ ਕੋਲੇ ਤੀਸਰਾ ਸਵਾਲ ਕੀ ਕਹਿ ਰਿਹਾ ਟੋਟਲ ਨੰਬਰ ਆਫ ਸਟੂਡੈਂਟ ਟੋਟਲ ਵਿਦਿਆਰਥੀ ਜਿਹੜੇ ਓਪਟ ਕਰਦੇ ਨੇ ਮੈਥ ਇਨ ਦਾ ਈਅਰ 2005 ਐਂਡ 2008 ਟੂਗੇਦਰ 2005 ਤੇ 2008 ਦੇ ਵਿੱਚ ਮੈਥ ਵਾਲੇ ਸਟੂਡੈਂਟ ਕਿੰਨੇ ਨੇ ਦੋਸਤੋ ਪਹਿਲਾਂ ਤਾਂ ਮੈਥ ਵਾਲੇ ਸਟੂਡੈਂਟ ਦੇਖਦੇ ਆ 2005 ਤੇ 2008 ਦੇ ਵਿੱਚ ਮੈਥ ਵਾਲੇ ਸਟੂਡੈਂਟ ਕਿੰਨੇ ਨੇ 2005 ਦੇ ਵਿੱਚ ਮੈਥ ਵਾਲੇ ਸਟੂਡੈਂਟ ਨੇ ਆਪਣੇ ਕੋਲੇ 15000 ਤੇ 2008 ਦੇ ਵਿੱਚ 30000 ਤਾਂ 15 ਤੇ 30 ਟੋਟਲ ਕਿੰਨੇ ਹੋ ਗਏ 45000 15 ਤੇ 30 ਟੋਟਲ ਦੋਸਤੋ ਆਪਣੇ ਕੋਲੇ ਸਟੂਡੈਂਟ ਹੋ ਗਏ 45000 is approximately 45000 is equal to ਇਸ ਦਾ ਮਤਲਬ ਇਕੁਅਲ ਟੂ ਹੁੰਦਾ what percent ਦਾ ਮਤਲਬ x% of who opted for all the three subject in the same year ਜਿਨ੍ਹਾਂ ਨੇ ਤਿੰਨੋਂ ਸਬਜੈਕਟ ਲਏ ਨੇ ਸੇਮ ਈਅਰ ਚ ਮਤਲਬ 2005 ਚ ਤਿੰਨੋਂ ਸਬਜੈਕਟ ਲਏ ਨੇ 35 ਤੇ 15 ਦੋਸਤੋ 50 ਤੇ 5 55 2005 ਚ ਟੋਟਲ 55000 ਹੋ ਗਏ ਤੇ 2008 ਚ ਕਿੰਨੇ ਹੋ ਜਾਣਗੇ ਦੋਸਤੋ 2008 25 30 ਤੇ 60 60 ਤੇ 25 ਆਪਣੇ ਕੋਲੇ ਕਿੰਨਾ ਹੋ ਗਿਆ 85 ਤਾਂ ਟੋਟਲ ਇਹ ਹੋ ਗਿਆ ਆਪਣੇ ਕੋਲੇ 14000 1,40,000 ਤਾਂ ਆਪਣੇ ਕੋਲੇ ਉਰੇ ਆ ਜਾਊਗਾ 1,40,000 ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟ ਜਾਣਗੀਆਂ ਆ ਦੋ ਜ਼ੀਰੋ ਨਾਲ ਆ ਦੋ ਜ਼ੀਰੋ ਕੱਟ ਗਈਆਂ ਤਾਂ x ਦੀ ਵੈਲਿਊ ਕਿੰਨੀ ਆ ਗਈ 450/14 450/14 ਜੇ ਦੋਸਤੋ ਆਪਾਂ ਇਹਨੂੰ ਘਟਾਵਾਂਗੇ ਅਪਰੋਕਸੀਮੇਟ ਆ ਜਾਊਗਾ 32% ਅਪਰੋਕਸੀਮੇਟ ਕਿੰਨਾ ਆ ਗਿਆ 32% ਤਾਂ ਦੋਸਤੋ ਆ ਸੀ ਅੱਜ ਦੀ ਵੀਡੀਓ ਦਾ ਤੀਸਰਾ ਕੁਐਸਚਨ। ਨੈਕਸਟ ਚੱਲਦੇ ਹਾਂ ਇਸ ਡੀਆਈ ਦੇ ਚੌਥੇ ਕੁਐਸਚਨ ਤੇ। ਇਸੇ ਡੀਆਈ ਦੇ ਚੌਥੇ ਕੁਐਸਚਨ ਤੇ ਦੇਖੋ ਗ੍ਰਾਫ ਉਹੀ ਹੈ ਜੇ ਇੱਕ ਵਾਰੀ ਤੁਹਾਨੂੰ ਰੀਡ ਕਰਨਾ ਆ ਗਿਆ ਸਮਝ ਆ ਗਿਆ ਕਹਿਣਾ ਕੀ ਚਾਹ ਰਿਹਾ ਤਾਂ ਤੁਹਾਡੇ ਸਾਰੇ ਸਵਾਲ ਸਹੀ ਹੋਣਗੇ। ਚੌਥਾ ਸਵਾਲ ਦੇਖੋ ਕੀ ਕਹਿ ਰਿਹਾ what is the ratio of number of student who opted for English in year 2006 English in year 2006 and
2008 टुगेदर 2008 टुगेदर is together to the number of student who opted for Hindi in year 2005 एंड 2009 टुगेदर। ਤਾਂ ਦੋਸਤੋ ਇਸ ਕੁਐਸਚਨ ਦੇ ਵਿੱਚ ਆਪਾਂ ਰੇਸ਼ੋ ਪਤਾ ਕਰਨੀ ਆ, ਆਪਾਂ ਨੇ ਅਨੁਪਾਤ ਪਤਾ ਕਰਨਾ ਹੈ। ਕਿਹਦਾ ਅਨੁਪਾਤ ਪਤਾ ਕਰਨਾ ਹੈ? ਨੰਬਰ ਆਫ ਸਟੂਡੈਂਟ ਹੂ ਆਪਟਡ ਫॉर ਇੰਗਲਿਸ਼ ਇਨ ਈਅਰ 2006 ਐਂਡ 2008। ਪਹਿਲਾਂ ਤਾਂ ਇੰਗਲਿਸ਼ 2006 ਤੇ 2008 ਦੀ। ਹੁਣ 2006 ਦੇ ਵਿੱਚ ਅੰਗਰੇਜ਼ੀ ਕਿੰਨੇ ਬੰਦੇ ਆਪਣੇ ਕੋਲੇ ਕਿੰਨੇ ਸਟੂਡੈਂਟ ਨੇ ਦੋਸਤੋ? 2006 ਦੇ ਵਿੱਚ ਇੰਗਲਿਸ਼ ਵਾਲੇ 25000 ਤੇ 2008 ਦੇ ਵਿੱਚ ਆਪਣੇ ਕੋਲੇ ਕਿੰਨੇ ਨੇ? 2008 ਦੇ ਵਿੱਚ ਆਪਣੇ ਕੋਲੇ ਹੈਗੇ ਨੇ 30000। ਤਾਂ 25 ਤੇ 30 ਦੋਸਤੋ ਆਪਣੇ ਕੋਲੇ ਕਿੰਨੇ ਸਟੂਡੈਂਟ ਹੋ ਗਏ? 55000। ਅਨੁਪਾਤ ਪਤਾ ਕਰਨਾ ਹੈ ਹਿੰਦੀ ਵਾਲਿਆਂ ਨਾਲ। ਅਨੁਪਾਤ ਪਤਾ ਕਰਨਾ ਹੈ ਹਿੰਦੀ 2005 ਤੇ 2009 ਦੇ। 2005 ਤੇ 2009 ਦੇ 2005 ਦੇ ਹਿੰਦੀ ਵਾਲੇ ਸਟੂਡੈਂਟ ਨੇ ਆਪਣੇ ਕੋਲੇ 5000 ਤੇ 2009 ਦੇ ਆਪਣੇ ਕੋਲੇ ਹਿੰਦੀ ਵਾਲੇ ਸਟੂਡੈਂਟ ਨੇ 20000। ਤਾਂ ਟੋਟਲ ਦੋਸਤੋ ਇਹ ਹੋ ਗਏ 25000। ਹੁਣ ਜੇ ਆਪਾਂ ਇਹਨੂੰ ਘਟਾ ਦਾਂਗੇ 3 ਜ਼ੀਰੋ ਨਾਲ 3 ਜ਼ੀਰੋ ਕੱਟ ਗਈਆਂ, ਇਹਨੂੰ ਘਟਾ ਦਾਂਗੇ 11 ਰੇਸ਼ੋ 11 ਅਨੁਪਾਤ ਕਿੰਨਾ ਆਨਸਰ ਆ ਜਾਊਗਾ? 5। 11 ਅਨੁਪਾਤ 5। ਤਾਂ ਇਹ ਸੀ ਦੋਸਤੋ ਪਹਿਲੀ ਡੀਆਈ ਦੇ ਪਹਿਲੇ 4 ਕੁਐਸਚਨ। ਹੁਣ ਆਪਾਂ ਸਟਾਰਟ ਕਰਾਂਗੇ ਨੈਕਸਟ ਡੀਆਈ। ਅਗਲੀ ਡੀਆਈ ਦੇ ਵਿੱਚ ਆਪਣੇ ਕੋਲੇ ਬਾਰ ਗ੍ਰਾਫ ਤੇ ਪਾਈ ਚਾਰਟ ਦਾ ਮਿਕਸ ਕੁਐਸਚਨ ਹੋਊਗਾ। ਤਾਂ ਅਗਲਾ ਕੁਐਸਚਨ ਧਿਆਨ ਨਾਲ ਦੇਖਿਓ। ਤਾਂ ਦੇਖੋ ਦੋਸਤੋ ਆਪਣੇ ਕੋਲੇ ਇਸ ਡੀਆਈ ਅਗਲੀ ਡੀਆਈ ਦੇ ਵਿੱਚ ਇੱਕ ਆਪਣੇ ਕੋਲੇ ਪਾਈ ਚਾਰਟ ਆ ਗਿਆ, ਇੱਕ ਆਪਣੇ ਕੋਲੇ ਬਾਰ ਗ੍ਰਾਫ ਆ ਗਿਆ। ਤਾਂ ਦੋਨੋਂ ਗ੍ਰਾਫ ਦਾ ਮਿਕਸਚਰ ਪੜਾਂਗੇ। ਹੁਣ ਦੋਨੋਂ ਗ੍ਰਾਫ ਦੇ ਵਿੱਚ ਦੇਖੋ ਕੀ ਕਹਿ ਰਿਹਾ। ਇਸ ਗ੍ਰਾਫ ਦੇ ਵਿੱਚ ਪਰਸੈਂਟੇਜ ਵਾਈਜ਼ ਡਿਸਟ੍ਰੀਬਿਊਸ਼ਨ ਆਫ ਟੀਚਰ ਇਨ 6 ਡਿਸਟ੍ਰਿਕਟ। ਤਾਂ ਜਿੰਨੇ ਆਪਣੇ ਕੋਲੇ ਟੀਚਰਸ ਨੇ ਉਹਨਾਂ ਨੂੰ ਪਰਸੈਂਟੇਜ ਵਾਈਜ਼ ਵੰਡਤਾ 6 ਡਿਸਟ੍ਰਿਕਟ ਦੇ ਵਿੱਚ। ਜਿੰਨੇ ਵੀ ਆਪਣੇ ਕੋਲੇ ਟੀਚਰ ਨੇ 6 ਡਿਸਟ੍ਰਿਕਟ ਚ ਵੰਡਤਾ। ਡਿਸਟ੍ਰਿਕਟ ਏ ਦੇ ਵਿੱਚ ਆਪਣੇ ਕੋਲੇ 14% ਟੀਚਰ ਆਣਗੇ, ਬੀ ਦੇ ਵਿੱਚ 16%, ਸੀ ਦੇ ਵਿੱਚ 28%, ਡੀ ਦੇ ਵਿੱਚ 15%, ਈ ਦੇ ਵਿੱਚ 21% ਤੇ ਐਫ ਦੇ ਵਿੱਚ ਕਿੰਨੇ ਪ੍ਰਤੀਸ਼ਤ ਟੀਚਰ ਆਣਗੇ? 6%। ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਦੂਸਰਾ ਗ੍ਰਾਫ ਹੈ ਬਾਰ ਗ੍ਰਾਫ ਹੈ, ਇਹ ਆਪਾਂ ਨੂੰ ਕੀ ਦੱਸ ਰਿਹਾ? ਨੰਬਰ ਆਫ ਮੇਲ ਟੀਚਰ ਵੀ ਕਿੰਨੇ ਮੇਲ ਟੀਚਰ ਨੇ। ਏ ਡਿਸਟ੍ਰਿਕਟ ਦੇ ਵਿੱਚ ਕਿੰਨੇ ਮੇਲ ਟੀਚਰ ਨੇ? 200। ਬੀ ਡਿਸਟ੍ਰਿਕਟ ਦੇ ਵਿੱਚ ਮੇਲ ਟੀਚਰ ਕਿੰਨੇ ਨੇ? 400। ਮਤਲਬ ਜਿਹੜੇ ਟੀਚਰਸ ਹੋਣਗੇ ਮੇਲ ਤੇ ਫੀਮੇਲ ਦੇ ਵਿੱਚ ਡਿਵਾਈਡ ਹੋਣਗੇ। ਕੁਝ ਮੇਲ ਹੋਣਗੇ, ਕੁਝ ਕੀ ਹੋਣਗੇ ਆਪਣੇ ਕੋਲੇ? ਫੀਮੇਲ। ਸੀ ਆਪਣੇ ਕੋਲੇ ਸੀ ਦੇ ਵਿੱਚ 600 ਮੇਲ ਨੇ, ਡੀ ਡਿਸਟ੍ਰਿਕਟ ਦੇ ਵਿੱਚ 100 ਮੇਲ ਨੇ, ਈ ਦੇ ਵਿੱਚ 500 ਤੇ ਐਫ ਦੇ ਵਿੱਚ 100। ਲਾਸਟ ਤੇ ਉਹਨੇ ਦਿੱਤਾ ਨੰਬਰ ਆਫ ਮੇਲਸ ਇਨ ਈਚ ਡਿਸਟ੍ਰਿਕਟ। ਆਪਣੇ ਕੋਲੇ ਮੇਲ ਦੇਤੇ ਹਰ ਇੱਕ ਡਿਸਟ੍ਰਿਕਟ ਆਊਟ ਆਫ 4500 ਟੀਚਰ। ਤਾਂ ਦੋਸਤੋ ਟੋਟਲ ਟੀਚਰ ਉਹਨੇ ਕਿੰਨਾ ਦਿੱਤਾ? 4500। ਹੁਣ ਆਪਾਂ ਨੇ ਸਭ ਤੋਂ ਪਹਿਲਾਂ ਇਸ ਡੀਆਈ ਦੇ ਵਿੱਚ ਕੀ ਕਰਨਾ ਹੈ? ਮੇਲ ਤੇ ਫੀਮੇਲ ਪਤਾ ਕਰਨੇ ਨੇ ਵੀ ਏ ਦੇ ਵਿੱਚ ਮੇਲ ਕਿੰਨੇ ਨੇ, ਫੀਮੇਲ ਕਿੰਨੇ ਨੇ, ਬੀ ਦੇ ਵਿੱਚ ਮੇਲ ਕਿੰਨੇ ਨੇ, ਫੀਮੇਲ ਕਿੰਨੇ ਨੇ। ਉਹਦੇ ਨਾਲ ਆਪਣੇ ਸਾਰੇ ਆਨਸਰ ਆਈ ਜਾਣਗੇ। ਕਿਉਂਕਿ ਪਹਿਲਾ ਸਵਾਲ ਵੀ ਜੇ ਆਪਾਂ ਰੀਡ ਕਰਾਂਗੇ ਦੇਖੋ ਕੀ ਕਹਿ ਰਿਹਾ? ਟੋਟਲ ਨੰਬਰ ਆਫ ਮੇਲ ਟੀਚਰ ਇਨ ਐਫ ਦੇ ਆਪਣੇ ਕੋਲੇ ਐਫ ਡਿਸਟ੍ਰਿਕਟ ਕਿੰਨੇ ਮੇਲ ਟੀਚਰ ਨੇ, ਫੀਮੇਲ ਟੀਚਰ ਇਨ ਸੀ, ਫੀਮੇਲ ਚ ਕਿੰਨੇ ਸੀ ਨੇ, ਫੀਮੇਲ ਟੀਚਰ ਕਿੰਨੇ ਨੇ ਸੀ ਦੇ ਵਿੱਚ ਤੇ ਮੇਲ ਟੀਚਰ ਕਿੰਨੇ ਨੇ ਬੀ ਦੇ ਵਿੱਚ। ਇਹਨਾਂ ਦਾ ਆਪਾਂ ਨੇ ਜੋੜ ਪਤਾ ਕਰਨਾ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਹਰ ਇੱਕ ਦਾ ਆਪਾਂ ਟੀਚਰਸ ਪਤਾ ਕਰਦੇ ਆ। ਜਿਵੇਂ ਦੋਸਤੋ ਏ ਡਿਸਟ੍ਰਿਕਟ ਦੇ ਵਿੱਚ ਹੈ, ਦੇਖੋ ਏ ਡਿਸਟ੍ਰਿਕਟ ਦੇ ਵਿੱਚ ਪਹਿਲਾਂ ਤਾਂ ਟੋਟਲ ਬੰਦੇ ਕਿੰਨੇ ਨੇ? 14% ਨੇ 4500 ਦਾ। 4500 ਦਾ 14%। ਜੇ ਆਪਾਂ ਪਤਾ ਕਰਾਂਗੇ 14% ਆਫ 4500 ਤਾਂ ਦੋਸਤੋ ਇਹਨੂੰ ਸੋਲਵ ਕਰਕੇ ਏ ਦੇ ਵਿੱਚ ਆਪਣੇ ਕੋਲੇ ਟੋਟਲ ਟੀਚਰ ਆ ਜਾਣਗੇ 630। ਏ ਦੇ ਵਿੱਚ ਟੋਟਲ ਟੀਚਰ ਨੇ 630। ਸਭ ਤੋਂ ਪਹਿਲਾਂ ਹਰ ਇੱਕ ਦੀ ਵੈਲਿਊ ਲਿਖ ਕੇ ਰੱਖ ਲਾਂਗੇ। ਏ ਦੇ ਵਿੱਚ ਟੋਟਲ 630 ਨੇ ਤੇ ਏ ਦੇ ਵਿੱਚ ਮੇਲ ਕਿੰਨੇ ਨੇ ਦੋਸਤੋ? 200। ਮੇਲ ਕਿੰਨੇ ਨੇ ਏ ਦੇ ਵਿੱਚ? 200। ਤਾਂ ਫੀਮੇਲ ਕਿੰਨੀਆਂ ਹੋ ਗਈਆਂ? 630 ਦੇ ਵਿੱਚੋਂ 200 ਮੇਲ ਨੇ ਤਾਂ ਫੀਮੇਲ ਕਿੰਨੀਆਂ ਹੋ ਗਈਆਂ ਦੋਸਤੋ? 430। ਫੀਮੇਲ ਕਿੰਨੀਆਂ ਹੋ ਗਈਆਂ? 430। ਇਦਾਂ ਹੀ ਹਰ ਇੱਕ ਦੀ ਵੈਲਿਊ ਪਤਾ ਕਰਕੇ ਰੱਖ ਲੈਣੇ ਆ। ਐਂ ਬੀ ਡਿਸਟ੍ਰਿਕਟ ਦੇ ਵਿੱਚ 16%। 16% ਕੱਢ ਲਾਂਗੇ 4500 ਦਾ। 16% ਆਫ 4500 ਜਦੋਂ ਇਹਨੂੰ ਸੋਲਵ ਕਰੋਗੇ 720 ਟੀਚਰ ਆ ਜਾਣਗੇ। 720 ਦੇ ਵਿੱਚੋਂ 400 ਤੁਹਾਡੇ ਕੋਲੇ ਮੇਲ ਨੇ ਤਾਂ ਫੀਮੇਲ ਕਿੰਨੀਆਂ ਆ ਗਈਆਂ? 320। ਨੈਕਸਟ ਇਦਾਂ ਹੀ ਸੀ ਦੇ ਵਿੱਚ 28%। 28% ਕੱਢ ਲਓਗੇ ਤੁਹਾਡੇ ਕੋਲੇ ਟੋਟਲ ਟੀਚਰ ਆ ਗਏ 1260। 1260 ਦੇ ਵਿੱਚੋਂ ਮੇਲ ਕਿੰਨੇ ਨੇ? 600 ਤਾਂ ਫੀਮੇਲ ਕਿੰਨੀਆਂ ਨੇ? 660। ਨੈਕਸਟ ਡੀ ਦੇ ਵਿੱਚ
अपने कोले डी दे विच अपने कोले 15% कट लांगे 4500 दा, ये कटांगे अपने कोले वैल्यू आ जाएगी 675। 675 ਦੇ ਵਿੱਚੋਂ 100 ਮੇਲ ਨੇ ਤਾਂ 575 ਕੀ ਹੋ ਗਈਆਂ ਫੀਮੇਲ। ਨੈਕਸਟ ਈ ਦੋਸਤੋ 21%। 21% ਕੱਢਾਂਗੇ 4500 ਦਾ, ਇਹ ਆਪਣੇ ਕੋਲੇ ਆਜੂ 945। 945 ਆ ਗਏ ਜਿਹਦੇ ਵਿੱਚੋਂ 500 ਮੇਲ ਨੇ ਤਾਂ 445 ਕੀ ਹੋ ਗਈਆਂ ਫੀਮੇਲ। ਲਾਸਟ ਐਫ ਗਰੁੱਪ 6%। 4500 ਦਾ 6% ਕੱਢਾਂਗੇ ਆਪਣੇ ਕੋਲੇ ਟੀਚਰ ਆ ਜਾਣਗੇ 270। 270 ਆ ਗਏ ਜਿਹਦੇ ਵਿੱਚ 100 ਮੇਲ ਨੇ ਤਾਂ 170 ਕੀ ਹੋ ਗਈਆਂ ਦੋਸਤੋ ਫੀਮੇਲ। ਤਾਂ ਸਭ ਤੋਂ ਪਹਿਲਾਂ ਆਹ ਟੇਬਲ ਇੱਕ ਤੁਸੀਂ ਬਣਾ ਲੈਣਾ। ਇਸ ਟੇਬਲ ਦੇ ਵਿੱਚ ਤੁਹਾਨੂੰ ਟੋਟਲ ਬੰਦੇ ਪਤਾ ਲੱਗ ਗਏ ਜਿਹਦੇ ਵਿੱਚੋਂ ਮੇਲ ਤੇ ਫੀਮੇਲ ਪਤਾ ਲੱਗ ਗਏ। ਹੁਣ ਸਾਰੇ ਕੁਐਸਚਨ ਆਪਣੇ ਇਸ ਦੇ ਅਕੋਰਡਿੰਗ ਹੋ ਜਾਣਗੇ। ਜਿਵੇਂ ਕਿ ਪਹਿਲਾ ਕੁਐਸਚਨ ਹੈ ਟੋਟਲ ਮੇਲ ਟੀਚਰ ਇਨ ਐਫ ਦੇ ਵਿੱਚ ਮੇਲ ਟੀਚਰ ਆਪਣੇ ਕੋਲੇ ਕਿੰਨੇ ਨੇ 100 ਪਲੱਸ ਸੀ ਦੇ ਵਿੱਚ ਫੀਮੇਲ ਟੀਚਰ ਕਿੰਨੀਆਂ ਨੇ 660 ਪਲੱਸ ਡਿਸਟ੍ਰਿਕਟ ਬੀ ਦੇ ਵਿੱਚ ਮੇਲ ਟੀਚਰ ਕਿੰਨੇ ਨੇ 400। ਤਾਂ ਦੋਸਤੋ ਜਦੋਂ ਇਹਦਾ ਜੋੜ ਕਰਾਂਗੇ 0 6 6 4 10 ਤੇ 1 11 ਟੋਟਲ ਟੀਚਰ ਤਿੰਨਾਂ ਦਾ ਮਿਲਾ ਕੇ ਆਪਣੇ ਕੋਲੇ ਕਿੰਨਾ ਆਨਸਰ ਆ ਜਾਊਗਾ 1160। ਟੋਟਲ ਟੀਚਰ ਆ ਗਏ 1160। ਤਾਂ ਦੋਸਤੋ ਇਹ ਸੀ ਪਹਿਲਾ ਕੁਐਸਚਨ ਵੀ ਆਪਣੇ ਕੋਲੇ ਮੇਲ ਟੀਚਰ ਫੀਮੇਲ ਟੀਚਰ ਇਹਨਾਂ ਦਾ ਜੋੜ ਪੁੱਛਿਆ ਹੋਇਆ ਸੀ। ਤਾਂ ਇਹ ਪਹਿਲਾ ਕੁਐਸਚਨ ਸੀ। ਨੈਕਸਟ ਚੱਲਦੇ ਆ ਸੈਕਿੰਡ ਕੁਐਸਚਨ ਤੇ। ਇਸ ਡੀਆਈ ਦਾ ਪਹਿਲਾ ਕੁਐਸਚਨ ਸੀ। ਸੈਕਿੰਡ ਕੁਐਸਚਨ ਦੇਖਦੇ ਆ ਕੀ ਕਹਿੰਦਾ। ਸੈਕਿੰਡ ਸਵਾਲ ਹੈ ਕਹਿੰਦਾ ਨੰਬਰ ਆਫ ਫੀਮੇਲ ਟੀਚਰ in district D is approximately what percent of total number of teacher in district A। ਤਾਂ ਦੋਸਤੋ ਕੀ ਕਹਿ ਰਿਹਾ ਟੋਟਲ ਫੀਮੇਲ ਟੀਚਰ ਇਨ ਡਿਸਟ੍ਰਿਕਟ ਡੀ ਦੇ ਵਿੱਚ ਫੀਮੇਲ ਡਿਸਟ੍ਰਿਕਟ ਕਿੰਨੀਆਂ ਨੇ ਦੇਖੋ ਡੀ ਦੇ ਵਿੱਚ ਫੀਮੇਲ ਟੀਚਰ ਨੇ ਆਪਣੇ ਕੋਲੇ 575 ਇਜ਼ ਅਪਰੋਕਸੀਮੇਟਲੀ ਵੱਟ ਪਰਸੈਂਟ। ਫਿਰ ਉਹੀ ਤਰੀਕਾ ਕਿੰਨੇ ਪ੍ਰਤੀਸ਼ਤ ਨੇ ਟੋਟਲ ਟੀਚਰ ਇਨ ਡਿਸਟ੍ਰਿਕਟ ਏ ਦੇ ਵਿੱਚ ਦੋਸਤੋ ਟੋਟਲ ਟੀਚਰ ਕਿੰਨੇ ਨੇ 630। ਤਾਂ ਇੱਥੋਂ ਆਪਾਂ x ਦੀ ਵੈਲਿਊ ਕਿਵੇਂ ਕੱਢਾਂਗੇ 575 ਗੁਣਾ 100 ਵਟਾ 630। 0 ਨਾਲ 0 ਕੱਟ ਜੂ। ਇਹਨੂੰ ਅੱਗੇ ਆਪਾਂ ਸੋਲਵ ਕਰ ਲਾਂਗੇ। ਇਹਨੂੰ ਜਦੋਂ ਸੋਲਵ ਕਰਾਂਗੇ ਆਪਣੇ ਕੋਲੇ ਅਪਰੋਕਸੀਮੇਟ ਆ ਜਾਊਗਾ 91.2%। 91.2% ਆਪਾਂ ਆਪਸ਼ਨ ਦੇਖ ਲਾਂਗੇ। ਜੇ ਆਪਣੇ ਕੋਲੇ 91 ਆਪਸ਼ਨ ਜਾਏਗਾ ਤਾਂ 91 ਆਨਸਰ ਲਗਾ ਦਾਂਗੇ। ਤਾਂ ਦੋਸਤੋ ਇਹ ਸੀ ਆਪਣੇ ਕੋਲੇ ਦੂਸਰਾ ਸਵਾਲ। ਨੈਕਸਟ ਚੱਲਦੇ ਹਾਂ ਥਰਡ ਕੁਐਸਚਨ ਤੇ। ਇਸ ਡੀਆਈ ਦਾ ਤੀਸਰਾ ਸਵਾਲ ਕੀ ਕਹਿੰਦਾ ਇਸ ਡੀਆਈ ਦਾ ਦੇਖੋ in which district। तीसरा सवाल कहता है in which district number of male teachers more than number of female teachers। ਤਾਂ ਦੋਸਤੋ ਇਹ ਸਵਾਲ ਸੌਖਾ ਹੀ ਹੈ। ਉਹਨੇ ਕੀ ਪੁੱਛਿਆ ਕਿਹੜੇ ਡਿਸਟ੍ਰਿਕਟ ਦੇ ਵਿੱਚ ਮੇਲ ਟੀਚਰਸ ਦੀ ਗਿਣਤੀ ਜ਼ਿਆਦਾ ਫੀਮੇਲ ਟੀਚਰਸ ਨਾਲੋਂ। ਤਾਂ ਜੇ ਆਪਾਂ A ਚੈੱਕ ਕਰਦੇ ਹਾਂ A ਦੇ ਵਿੱਚ ਮੇਲ ਦੀ ਗਿਣਤੀ ਘੱਟ ਹੈ, B ਦੇ ਵਿੱਚ ਮੇਲ ਦੀ ਗਿਣਤੀ ਜ਼ਿਆਦਾ ਹੈ। ਤਾਂ ਦੋਸਤੋ ਇੱਕ ਤਾਂ ਆਪਣੇ ਕੋਲੇ B ਡਿਸਟ੍ਰਿਕਟ ਆ ਗਿਆ। B ਦੇ ਵਿੱਚ ਆਪਣੇ ਕੋਲੇ ਮੇਲ ਦੀ ਗਿਣਤੀ ਫੀਮੇਲ ਨਾਲੋਂ ਜ਼ਿਆਦਾ ਹੈ। ਜੇ C ਡਿਸਟ੍ਰਿਕਟ ਦੇਖੀਏ C ਦੇ ਵਿੱਚ ਵੀ ਘੱਟ ਹੈ, D ਦੇ ਵਿੱਚ ਵੀ ਘੱਟ ਹੈ, E ਦੇ ਵਿੱਚ ਵੀ ਜ਼ਿਆਦਾ ਹੈ ਦੋਸਤੋ। E ਦੇ ਵਿੱਚ ਵੀ ਆਪਣੇ ਕੋਲੇ ਮੇਲ ਦੀ ਗਿਣਤੀ ਜ਼ਿਆਦਾ ਹੈ, F ਦੇ ਵਿੱਚ ਫੇਰ ਘੱਟ ਹੈ। ਤਾਂ ਆਪਣਾ ਆਨਸਰ ਕੀ ਆ ਜਾਊਗਾ B ਐਂਡ E ਬੋਥ। ਆਪਣੇ ਕੋਲੇ ਮੇਲ ਦੀ ਗਿਣਤੀ B ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਹੈ ਤੇ E ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਹੈ, ਬਾਕੀ ਸਾਰੇ ਕਿਤੇ ਫੀਮੇਲ ਦੀ ਗਿਣਤੀ ਜ਼ਿਆਦਾ ਹੈ। ਤਾਂ ਇਹ ਸੀ ਇਸ DI ਦਾ ਤੀਸਰਾ ਸਵਾਲ। ਤਾਂ ਇਸ DI ਦੇ ਚੌਥੇ ਤੇ ਆਖਰੀ ਸਵਾਲ ਤੇ ਚੱਲਦੇ ਹਾਂ। ਚੌਥਾ ਸਵਾਲ ਕੀ ਕਹਿੰਦਾ ਦੋਸਤੋ? ਚੌਥਾ ਸਵਾਲ ਹੈ what is the ratio of number of male teacher in district C
in district C to the number of female teacher in district B. Number of male teacher in district C to the number of female teacher in district B. ਤਾਂ ਦੋਸਤੋ ਮੇਲ ਟੀਚਰ C ਦੇ ਵਿੱਚ ਕਿੰਨੇ ਨੇ? ਮੇਲ ਟੀਚਰ C ਦੇ ਵਿੱਚ ਹੈਗੇ ਨੇ 600। ਰੇਸ਼ੋ ਫੀਮੇਲ ਟੀਚਰ B ਦੇ ਵਿੱਚ ਫੀਮੇਲ ਟੀਚਰ ਕਿੰਨੇ ਨੇ ਦੋਸਤੋ? 320। ਤਾਂ 600 ਰੇਸ਼ੋ 320 ਇਹਨੂੰ ਜੇ ਆਪਾਂ ਘਟਾ ਦਾਂਗੇ ਇੱਕ ਜ਼ੀਰੋ ਨਾਲ ਜ਼ੀਰੋ ਕੱਟ ਜੂਗੀ। ਉਸ ਤੋਂ ਬਾਅਦ ਜੇ ਆਪਾਂ ਘਟਾਵਾਂਗੇ, ਜੇ 2 ਦੇ ਟੇਬਲ ਤੇ ਕੱਟਦੇ ਆ 30 ਰਹਿ ਗਿਆ, ਇੱਧਰ ਆਪਣੇ ਕੋਲੇ 16, ਫਿਰ 2 ਦੇ ਟੇਬਲ ਤੇ ਕੱਟਦੇ ਆ 15, ਇੱਧਰ ਰਹਿ ਗਿਆ ਆਪਣੇ ਕੋਲੇ 8। ਤਾਂ ਕੀ ਆਨਸਰ ਆ ਜਾਊਗਾ ਦੋਸਤੋ? ਆਪਣੇ ਕੋਲੇ 15 ਰੇਸ਼ੋ 8। ਤਾਂ ਸਿੰਪਲ ਡੀਆਈ ਆ ਜੇ, ਡਬਲ ਡੀਆਈ ਆ ਜੇ, 3 ਡੀਆਈ ਆ ਜੇ, ਬਸ ਜੇ ਤੁਹਾਨੂੰ ਡੀਆਈ ਰੀਡ ਕਰਨੀ ਆ ਗਈ ਤਾਂ ਤੁਹਾਡਾ ਡੀਆਈ ਦਾ ਕੁਐਸਚਨ ਕਦੇ ਨਹੀਂ ਰਹੂਗਾ। ਚਾਹੇ ਤਹਿਸੀਲਦਾਰ ਦਾ ਪੇਪਰ ਹੋਵੇ, ਬਾਈ ਚਾਂਸ ਜੇ ਪਟਵਾਰੀ ਦੇ ਪੇਪਰ ਚ ਆਂਦੀ ਹੈ ਜਾਂ ਯੂਜੀਸੀ ਨੈਟ ਚ ਆਂਦੀ ਹੈ, ਕਿਸੇ ਵੀ ਆਪਣੇ ਗਵਰਨਮੈਂਟ ਐਗਜ਼ਾਮ ਚ ਆਂਦੀ ਹੈ, ਤਾਂ ਇਸੇ ਤਰੀਕੇ ਦੀ ਡੀਆਈ ਆਂਦੀ ਹੈ। ਤਾਂ ਗ੍ਰਾਫ ਨੂੰ ਰੀਡ ਕਰਨਾ ਆਉਣਾ ਚਾਹੀਦਾ। ਚਾਰੋਂ ਵੀਡੀਓਜ਼ ਨੂੰ ਧਿਆਨ ਨਾਲ ਸੁਣਿਓ। ਇਹਨਾਂ ਦੀ ਮੈंने ਪੀਡੀਐਫ ਦਿੱਤੀ ਹੈ, ਪ੍ਰੋਵਾਈਡ ਕਰਵਾਈ ਆ, ਕੁਐਸਚਨਸ ਨੂੰ ਸਾਰਿਆਂ ਨੂੰ ਸੋਲਵ ਕਰਿਓ, ਉਹਦੇ ਨਾਲ ਤੁਹਾਡੀ ਕੀ ਹੈ ਪ੍ਰੈਕਟਿਸ ਹੋ ਜੂਗੀ। ਤਾਂ ਦੋਸਤੋ ਇਹਨਾਂ ਕੁਐਸਚਨ ਨੂੰ ਧਿਆਨ ਨਾਲ ਸਮਝ ਕੇ ਕਰਨਾ ਤੇ ਆਪਣੀ ਸਪੀਡ ਇੰਕਰੀਜ਼ ਕਰਨੀ ਹੈ। ਸਪੀਡ ਕਾਦੀ ਇੰਕਰੀਜ਼ ਕਰਨੀ ਹੈ? ਕੈਲਕੂਲੇਸ਼ਨ ਦੀ। ਕਾਫੀ ਬੱਚੇ ਕੈਲਕੂਲੇਸ਼ਨ 'ਚ ਫਸਦੇ ਨੇ, ਉਹਨਾਂ ਨੂੰ ਪਰਸੈਂਟੇਜ ਨਹੀਂ ਸੋਲਵ ਕਰਨੀ ਆਉਂਦੀ। ਤਾਂ ਆਪਣੀ ਥੋੜੀ ਜੀ ਕੈਲਕੂਲੇਸ਼ਨ ਦੀ ਸਪੀਡ ਇੰਕਰੀਜ਼ ਕਰਿਓ ਤਾਂ ਜੋ ਤੁਹਾਡੇ 5 ਦੇ 5 ਕੁਐਸਚਨ ਆ ਸਕਣ, ਕਿਉਂਕਿ ਜੇ ਇੱਕ ਵੀ ਕੁਐਸਚਨ ਆਇਆ ਤਾਂ ਉਹਦੇ ਨਾਲ 5 ਕੁਐਸਚਨ ਆਣਗੇ। ਤਾਂ ਜੇ ਵੀਡੀਓ ਪਸੰਦ ਆਈ ਲਾਈਕ ਜ਼ਰੂਰ ਕਰਿਓ, ਇਹਦੀ ਪੀਡੀਐਫ ਦਊਂਗਾ, ਉਹਦੇ ਕੁਐਸਚਨ ਸੋਲਵ ਕਰਿਓ। ਥੈਂਕ ਯੂ ਸੋ ਮਚ। ਕਿੰਨੇ ਮਿੰਟ ਦੀ ਹੋ ਗਈ? 9 ਮਿੰਟ ਦੀ। ਚੱਲ ਬਈ ਦੇਖੋ ਇਹਨੂੰ ਵੀ ਰੋਕ ਦੇ।